हम ना सकत कर सिफत तुम्हारी, आप लिहो तुम कथा सुधारी। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਿਸੂ ਦੇਸ਼ ਤੇ ਸੰਗਤ ਆਈ, ਬੰਧਨ ਕਰੀ ਭੇਟ ਅਰਪਾਈ। ਕੇਤਕ ਦਿਨ ਰਹਿ ਬੈਠੇ ਪਾਸ, ਕਰਤ ਭਏ ਪੁਨ ਇਮ ਅਰਦਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀ, ਸਤਿਗੁਰਾਂ ਨੇ ਬਖਸ਼ਿਸ਼ ਕਿਰਪਾ ਕਰਕੇ ਸਾਨੂੰ ਸਾਰਿਆਂ ਨੂੰ ਬੁਲਾਇਆ ਹੈ। ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਸੰਧਿਆ ਦੇ ਦੀਵਾਨਾਂ ਵਿੱਚ ਸੋਧਾ ਰਹਿਰਾਸ ਸਾਹਿਬ ਜੀ ਦੇ ਪਾਠ, ਆਰਤੀ ਦੇ ਕੀਰਤਨ ਸਰਵਣ ਕੀਤੇ ਹਨ। ਆਓ ਹੁਣ ਆਪਣੀਆਂ ਮਨ ਬਿਰਤੀਆਂ ਨੂੰ ਸਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦੇ ਚਰਨਾਂ 'ਚ ਜੋੜੀਏ। ਮਹਾਰਾਜ ਦੇ ਕੋਲ ਬੇਅੰਤ ਸੰਗਤਾਂ ਕੀਰਤਪੁਰ ਸਾਹਿਬ ਵਿਖੇ ਦੇਸ਼ਾਂ ਪ੍ਰਦੇਸ਼ਾਂ ਤੋਂ ਚੱਲ ਕੇ ਪਹੁੰਚਦੀਆਂ, ਗੁਰੂ ਸਾਹਿਬਾਂ ਦੇ ਦਰਸ਼ਨ ਦੀਦਾਰੇ ਕਰਦੀਆਂ, ਗੁਰੂ ਸਾਹਿਬ ਦੀ ਬਾਣੀ, ਗੁਰੂ ਸਾਹਿਬ ਦੀ ਸਿੱਖਿਆ ਸੁਣ ਕੇ ਗੁਰਮਤਿ ਅਨੁਸਾਰ ਆਪਣਾ ਜੀਵਨ ਬਸਰ ਕਰਦੀਆਂ ਹਨ। ਜਿਨ੍ਹਾਂ ਵਿੱਚੋਂ ਇੱਕ ਸੰਨਿਆਸੀ ਭਗਵਾਨ ਗਿਰੀ ਵੀ ਗੁਰੂ ਮਹਾਰਾਜ ਦੀ ਸ਼ਰਨ ਵਿੱਚ ਆਇਆ ਹੈ, ਔਰ ਫਿਰ ਬਾਬਾ ਮੇਹਰ ਚੰਦ ਜੀ ਕੋਲ ਰਹਿ ਕੇ ਉਦਾਸੀ ਪੰਥ ਦਾ ਮਹਾਨ ਵਿਦਵਾਨ ਪ੍ਰਚਾਰਕ ਬਣਿਆ। ਪ੍ਰਚਾਰ ਕਰਨ ਜਾਂਦਾ ਸੀ, ਪਰ ਉਸ ਦੀ ਕਥਾ ਦਾ, ਉਹਦੇ ਪ੍ਰਚਾਰ ਦਾ ਲੋਕ ਸਤਿਕਾਰ ਨਹੀਂ ਕਰਦੇ। ਭਾਵ ਕੋਈ ਉਹਦੇ ਬਚਨ ਨੂੰ ਸੁਣ ਕੇ ਸਿੱਖੀ ਨਹੀਂ ਧਾਰਨ ਕਰਦਾ। ਉਹ ਬਾਬੇ ਮੇਹਰ ਚੰਦ ਜੀ ਕੋਲ ਆਇਆ ਤੇ ਬੇਨਤੀ ਕੀਤੀ, ਬਾਬਾ ਜੀ ਮੈਂ ਜਿੱਥੇ ਵੀ ਕਥਾ ਕਰਦਾ ਹਾਂ ਉੱਥੇ ਸੰਗਤਾਂ ਧਿਆਨ ਨਾਲ ਪਿਆਰ ਨਾਲ ਮੇਰੀ ਕਥਾ ਨਹੀਂ ਸੁਣਦੀਆਂ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮੈਨੂੰ ਆਪ ਜੀ ਦੇ ਚਰਨਾਂ 'ਚ ਭੇਜਿਆ ਸੀ, ਹੁਣ ਮੈਨੂੰ ਕੀ ਹੁਕਮ ਹੈ? ਬਾਬਾ ਮੇਹਰ ਚੰਦ ਜੀ ਨੇ ਕਿਹਾ ਵੀ ਤੁਹਾਨੂੰ ਗੁਰੂ ਸਾਹਿਬ ਦੇ ਕੋਲ ਜਾਣਾ ਚਾਹੀਦਾ ਹੈ, ਉੱਥੋਂ ਬਖਸ਼ਿਸ਼ ਲੈ ਕੇ ਫਿਰ ਪ੍ਰਚਾਰ ਸ਼ੁਰੂ ਕਰਨਾ ਚਾਹੀਦਾ ਹੈ। ਸੋ ਭਗਵਾਨ ਗਿਰੀ ਜੀ ਬੜੇ ਪ੍ਰੇਮ ਵਿੱਚ ਭਿੱਜੇ ਹੋਏ, ਬੜੇ ਰੰਗ ਵਿੱਚ ਗੁਰੂ ਘਰ ਦੀ ਮਹਿਮਾ ਨੂੰ ਸਮਝ ਕੇ ਫਿਰ ਦੁਬਾਰਾ ਗੁਰੂ ਸਾਹਿਬ ਕੋਲ ਆਏ। ਬਖਸ਼ਿਸ਼ ਲੈ ਕੇ ਪੂਰਬ ਦੇਸ਼ ਵੱਲ ਪ੍ਰਚਾਰ ਕਰਨ ਲਈ ਗਏ, ਕਿਉਂਕਿ ਰਹਿੰਦੇ ਵੀ ਪੂਰਬ ਦੇ ਵਾਸੀ ਸਨ। ਫਿਰ ਉੱਧਰ ਚਲੇ ਗਏ ਪਟਨਾ ਸਾਹਿਬ ਤੇ ਅਸਾਮ, ਬਿਹਾਰ, ਬੰਗਾਲ, ਇਹਨਾਂ ਇਲਾਕਿਆਂ 'ਚ ਬਹੁਤ ਪ੍ਰਚਾਰ ਕੀਤਾ। ਉਦਾਸੀ ਸੰਪਰਦਾ ਦੇ ਜੋ 4 ਧੂਣੇ ਹਨ, 6 ਬਖਸ਼ਿਸ਼ਾਂ ਹਨ, ਉਹਨਾਂ ਵਿੱਚੋਂ ਇਹ ਬਖਸ਼ਿਸ਼ ਭਗਤ ਭਗਵਾਨ ਜੀ ਉੱਤੇ ਜੋ ਹੋਈ ਹੈ, ਇਹ ਵੀ ਇੱਕ ਸੰਪਰਦਾ ਬਹੁਤ ਵੱਡੀ ਹੈ। ਸਿੱਖੀ ਦੇ ਪ੍ਰਚਾਰ ਵਿੱਚ ਇਹਨਾਂ ਨੇ ਵੀ ਪੁਰਾਣੇ ਜ਼ਮਾਨੇ 'ਚ ਬਹੁਤ ਵੱਡਾ ਰੋਲ ਅਦਾ ਕੀਤਾ ਸੀ। ਸੋ ਗੁਰੂ ਹਰਿਰਾਏ ਸਾਹਿਬ ਦੀ ਇਹ ਬਖਸ਼ਿਸ਼ ਹੈ। ਆਓ ਇਸ ਤੋਂ ਅੱਗੇ ਹੋਰ ਗੁਰੂ ਕੇ ਸਿੱਖਾਂ ਦੇ ਬਚਨ ਪਿਆਰ ਨਾਲ ਸਰਵਣ ਕਰੀਏ। ਜੋ ਜੋ ਪ੍ਰਸ਼ਨ ਗੁਰੂ ਕੇ ਸਿੱਖਾਂ ਨੇ ਗੁਰੂ ਸਾਹਿਬਾਂ ਕੋਲੋਂ ਪੁੱਛੇ, ਗੁਰੂ ਸਾਹਿਬਾਂ ਨੇ ਉਹਨਾਂ ਦੇ ਉੱਤਰ ਦਿੱਤੇ, ਉਹ ਵੀ ਕਥਾ ਦਾ ਆਨੰਦ ਮਾਣੀਏ। ਸਾਰੀ ਸੰਗਤ ਪਿਆਰ ਸਹਿਤ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਿਸੂ ਦੇਸ਼ ਤੇ ਸੰਗਤ ਆਈ, ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਕਿਸੇ ਇਲਾਕੇ ਦੀ ਸੰਗਤ, ਕਿਸੇ ਦੇਸ਼ ਦੀ ਸੰਗਤ ਕੀਰਤਪੁਰ ਸਾਹਿਬ ਆਈ ਹੈ। ਬੰਧਨ ਕਰੀ ਭੇਟ ਅਰਪਾਈ, ਮਹਾਰਾਜ ਦੇ ਚਰਨਾਂ ਵਿੱਚ ਆ ਕੇ ਮੱਥਾ ਟੇਕਿਆ ਹੈ ਔਰ ਆਪਣੀ ਪ੍ਰੇਮ ਭੇਟਾ ਮਹਾਰਾਜ ਦੇ ਚਰਨਾਂ 'ਚ ਅਰਪਣ ਕੀਤੀ ਹੈ। ਕੇਤਕ ਦਿਨ ਰਹਿ ਬੈਠੇ ਪਾਸ, ਕੁਝ ਦਿਨ ਗੁਰੂ ਮਹਾਰਾਜ ਦੇ ਕੋਲ ਰਹਿ ਕੇ ਬੈਠ ਕੇ ਗੁਰੂ ਕੇ ਸਿੱਖਾਂ ਨੇ ਸੇਵਾ ਕੀਤੀ, ਸੰਗਤ ਕੀਤੀ। ਗੁਰੂ ਘਰ ਆਉਂਦੀ ਸੀ ਸੰਗਤ, ਕੋਈ ਮਹੀਨਾ, ਕੋਈ 10 ਦਿਨ, ਕੋਈ 5 ਦਿਨ ਰਹਿ ਕੇ ਜਾਂਦੇ ਸਨ। ਜਿੰਨੇ ਦੂਰੋਂ ਆਉਂਦੇ ਸਨ ਉਨਾ ਜ਼ਿਆਦਾ ਟਾਈਮ ਲਾਉਂਦੇ ਸਨ, ਕਿਉਂਕਿ ਦੂਰੋਂ ਰੋਜ਼-ਰੋਜ਼ ਆਇਆ ਨਹੀਂ ਜਾਂਦਾ। ਤੇ ਇਸ ਕਰਕੇ ਮਹਾਰਾਜ ਕੋਲ ਕੁਝ ਸਮਾਂ ਰਹਿ ਕੇ ਕਥਾ ਕੀਰਤਨ ਸੁਣ ਕੇ, ਬਾਣੀ ਸੁਣ ਕੇ, ਸਿੱਖੀ ਦੀ ਰੀਤ ਸਿੱਖ ਕੇ ਜਾਂਦੇ ਸਨ।
ਤੇ ਮਹਾਰਾਜ ਦਾ ਜਿਹੜਾ ਸਭ ਤੋਂ ਵਧੀਆ ਸਿਧਾਂਤ ਹੈ, ਗੁਰੂ ਨਾਨਕ ਦੇਵ ਜੀ ਦਾ ਨਾਮ ਜਪੋ, ਕਿਰਤ ਕਰੋ ਤੇ ਵੰਡ ਕੇ ਛਕੋ। ਇਸ ਸਿਧਾਂਤ ਨੂੰ ਸਮਝ ਕੇ ਸਿੱਖ ਆਪਣਾ ਜੀਵਨ ਗੁਜ਼ਾਰਦੇ ਸਨ। ਇਹ ਕੁਝ ਦਿਨ ਮਹਾਰਾਜ ਦੇ ਕੋਲ ਬੈਠੇ ਰਹੇ ਹਨ। ਕਰਤ ਭਏ ਪੁਨ ਇਮ ਅਰਦਾਸ। ਫਿਰ ਇਹਨਾਂ ਸਿੱਖਾਂ ਨੇ ਗੁਰੂ ਮਹਾਰਾਜ ਦੇ ਚਰਨਾਂ 'ਚ ਇਸ ਤਰ੍ਹਾਂ ਅਰਦਾਸ ਬੇਨਤੀ ਕੀਤੀ ਹੈ। ਨਾਮ ਧਰੀਕ ਸਿੱਖ ਸਤਿਗੁਰ ਕੇ। ਇਹ ਸੱਚੇ ਪਾਤਸ਼ਾਹ, ਅਸੀਂ ਨਾਮ ਧਰੀਕ ਸਿੱਖਾਂ, ਭਾਵ ਨਾਮ ਮਾਤਰ ਸਿੱਖ ਹਾਂ, ਨਾਂ ਰੱਖਿਆ ਹੋਇਆ ਵੀ ਗੁਰੂ ਕੇ ਸਿੱਖ ਹਾਂ। ਉੱਦਾਂ ਭਾਵੇਂ ਸਾਡੀ ਸਿੱਖਾਂ ਵਾਲੀ ਕੋਈ ਵੀ ਗੱਲ ਨਹੀਂ, ਸਿੱਖਾਂ ਵਾਲਾ ਕੋਈ ਸਾਡੇ ਵਿੱਚ ਕਸਬ ਨਹੀਂ, ਨਾ ਅਸੀਂ ਸਿੱਖਾਂ ਵਾਲੀ ਜੀਵਨ ਜਾਚ ਸਿੱਖੀ ਹੈ। ਫਿਰ ਵੀ ਮਹਾਰਾਜ ਅਸੀਂ ਤੁਹਾਡੇ ਹਾਂ, ਮਾੜੇ ਹਾਂ, ਚੰਗੇ ਹਾਂ, ਬੁਰੇ ਹਾਂ, ਭਲੇ ਹਾਂ। ਸੱਚੇ ਪਾਤਸ਼ਾਹ ਜੀ, ਸਿੱਖ ਤਾਂ ਤੁਹਾਡੇ ਹੀ ਹਾਂ। ਦੁਨੀਆ ਤਾਂ ਇਹੀ ਕਹਿੰਦੀ ਹੈ ਵੀ ਗੁਰੂ ਨਾਨਕ ਦੇ ਸਿੱਖ ਨੇ, ਗੁਰੂ ਹਰਿਰਾਏ ਸਾਹਿਬ ਦੇ ਸਿੱਖ ਨੇ। ਹੋਰ ਸਾਨੂੰ ਕੋਈ ਕਿਸੇ ਰੂਪ 'ਚ ਨਹੀਂ ਜਾਣਦਾ। ਮੋਕੋ ਕੋਏ ਨਾ ਜਾਣਤ, ਕਹੀਏ ਤਾਂ ਦਾਸ ਤੁਮਾਰਾ। ਮੈਨੂੰ ਹੋਰ ਕੋਈ ਨਹੀਂ ਜਾਣਦਾ, ਇਹ ਕਿਹਾ ਜਾਂਦਾ ਕਿ ਮੈਂ ਗੁਰੂ ਕਾ ਸਿੱਖ ਹਾਂ। ਇਸ ਤਰ੍ਹਾਂ ਅਸੀਂ ਨਾਮ ਧਰੀਕ ਸਿੱਖ ਹਾਂ। ਕਰੋ ਬਿਨਾਸਨ ਸੰਸੇ ਉਰ ਕੇ। ਪਰ ਸਾਡੇ ਮਨ ਦੇ ਜਿਹੜੇ ਸੰਸੇ ਹਨ, ਉਹ ਆਪ ਜੀ ਹੀ ਦੂਰ ਕਰ ਸਕਦੇ ਹੋ। ਆਪ ਜੀ ਤੋਂ ਬਿਨਾਂ ਹੋਰ ਸਾਡੇ ਮਨ ਦੇ ਸੰਸੇ ਕੋਈ ਨਹੀਂ ਮਿਟਾ ਸਕਦਾ। ਸਤਿਗੁਰੂ ਜੀ, ਪਾਠ ਕਰੈ ਹਮ ਨਿਤ ਗੁਰਬਾਣੀ। ਮਹਾਰਾਜ ਮਨ ਦਾ ਇਹ ਸੰਸਾ ਹੈ। ਅਸੀਂ ਰੋਜ਼ ਗੁਰਬਾਣੀ ਦਾ ਨਿਤਨੇਮ ਕਰਦੇ ਹਾਂ। ਗੁਰਬਾਣੀ ਦਾ ਸ੍ਰੀ ਜਪਜੀ ਸਾਹਿਬ ਦਾ, ਸੁਖਮਨੀ ਸਾਹਿਬ ਦਾ, ਦੱਖਣੀ ਓਂਕਾਰ, ਸਿੱਧ ਗੋਸ਼ਟ, 52 ਅੱਖਰੀ, ਆਨੰਦ ਸਾਹਿਬ, ਸਹਿਸ ਕੀਰਤੀ ਦੇ ਸ਼ਲੋਕ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬਹੁਤ ਬੇਅੰਤ ਬਾਣੀਆਂ ਪੁਰਾਤਨ ਸਿੰਘਾਂ ਨੂੰ ਜ਼ਬਾਨੀ ਯਾਦ ਹੁੰਦੀਆਂ ਸਨ। ਸਾਧ ਸੰਗਤ, ਪੰਜ ਗ੍ਰੰਥੀ ਤਾਂ ਆਮ ਹੀ ਯਾਦ ਹੁੰਦੀ ਸੀ। ਹੁਣ ਤੇ ਪੰਜ ਬਾਣੀਆਂ ਵੀ ਕਿਸੇ ਨੂੰ ਯਾਦ ਨਹੀਂ ਲੱਭਦੀਆਂ। ਜਾਪ ਸਾਹਿਬ ਦਾ ਪਾਠ ਕਹੀਏ ਕਹਿੰਦੇ ਆਉਂਦਾ ਨਹੀਂ, ਜਪਜੀ ਸਾਹਿਬ ਵੀ ਕਈ ਨਹੀਂ ਕੰਠ ਕਰਦੇ। ਸੋ ਗੁਰਬਾਣੀ ਜਿਹੜੀ ਹੈ ਵੱਧ ਤੋਂ ਵੱਧ ਪੁਰਾਤਨ ਸਿੰਘ ਕੰਠ ਕਰਕੇ ਸਵੇਰੇ ਉੱਠ ਕੇ ਪੜ੍ਹਿਆ ਕਰਦੇ ਸਨ। ਸੋ ਸਿੱਖਾਂ ਨੇ ਆਖਿਆ, ਮਹਾਰਾਜ ਅਸੀਂ ਗੁਰੂ ਕੀ ਬਾਣੀ ਰੋਜ਼ ਨਿਤਨੇਮ ਪੜ੍ਹਦੇ ਹਾਂ, ਅਰਥ ਪਰਮਾਰਥ ਰੀਤ ਨਾ ਜਾਣੀ। ਪਰ ਸਾਨੂੰ ਗੁਰਬਾਣੀ ਦੇ ਅਰਥਾਂ ਦਾ ਕੋਈ ਪਤਾ ਨਹੀਂ। ਨਾ ਗੁਰਬਾਣੀ ਦੇ ਅੱਖਰੀ ਅਰਥਾਂ ਦਾ ਗਿਆਨ ਹੁੰਦਾ ਹੈ ਮਹਾਰਾਜ, ਤੇ ਨਾ ਹੀ ਸਾਨੂੰ ਬਾਣੀ ਦਾ ਪਰਮਾਰਥ ਪਤਾ ਲੱਗਦਾ ਹੈ। ਇੱਕ ਅਰਥ ਹੁੰਦਾ, ਇੱਕ ਪਰਮ ਅਰਥ ਹੁੰਦਾ ਹੈ। ਅਰਥ ਹੁੰਦਾ ਅੱਖਰੀ ਅਰਥ, ਵੀ ਜਿਵੇਂ ਸੋਚੈ ਸੋਚ ਨਾ ਹੋਵੇ, ਤਾਂ ਇਹਦਾ ਅੱਖਰੀ ਅਰਥ ਇਹ ਹੈ ਵੀ ਪਵਿੱਤਰਤਾ ਰੱਖਣ ਨਾਲ ਪਵਿੱਤਰ ਨਹੀਂ ਹੁੰਦਾ। ਤੇ ਜਦੋਂ ਜਿਉਂ-ਜਿਉਂ ਇਹਦੇ ਅਰਥ ਡੂੰਘੇ ਜਾਵਾਂਗੇ ਤਾਂ ਫਿਰ ਉਹ ਸਰੀਰ ਦੀ ਸੁਚਮ ਵੀ ਹੈ, ਫਿਰ ਮਨ ਦੀ ਸੁਚਮ ਹੈ, ਇੰਦਰੀਆਂ ਦੀ ਸੁਚਮ ਹੈ। ਅੱਖਾਂ ਦੁਆਰਾ ਬੁਰਾ ਦੇਖਣਾ ਨਹੀਂ, ਕੰਨਾਂ ਦੁਆਰਾ ਸੁਣਨਾ ਨਹੀਂ, ਤੇ ਮਨ ਕਰਕੇ ਬੁਰਾ ਫੁਰਨਾ ਨਹੀਂ ਕਰਨਾ, ਬੁੱਧੀ ਕਰਕੇ ਕੋਈ ਬੁਰਾ ਨਿਰਣਾ ਨਹੀਂ ਕਰਨਾ। ਇਸ ਨੂੰ ਕਹਿੰਦੇ ਆ ਅੰਦਰ ਦੀ ਸੋਚ। ਫਿਰ ਜਿਉਂ-ਜਿਉਂ ਡੂੰਘੇ ਅਰਥੋਂ ਪਰਮਾਰਥ ਹੋ ਜਾਂਦਾ ਹੈ। ਅਸੀਂ ਨਾ ਤਾਂ ਗੁਰਬਾਣੀ ਦੇ ਅਰਥਾਂ ਦਾ ਗਿਆਨ ਰੱਖਦੇ ਹਾਂ ਗੁਰੂ ਜੀ, ਤੇ ਨਾ ਸਾਨੂੰ ਗੁਰਬਾਣੀ ਦੇ ਪਰਮ ਅਰਥਾਂ ਦਾ ਗਿਆਨ ਹੈ। ਜੋ ਮਾਰਗ ਗੁਰ ਸ਼ਬਦ ਬਤਾਇਵ। ਬਸ ਜੋ ਗੁਰੂ ਦੇ ਸ਼ਬਦ ਵਿੱਚ ਰਸਤਾ ਦੱਸਿਆ ਗਿਆ ਹੈ ਵੀ ਇਹ ਕੰਮ ਕਰਨੇ ਨੇ, ਇਹ ਨਹੀਂ ਕਰਨੇ, ਸੋ ਹਮ ਤੇ ਨਹਿ ਜਾਏ ਕਮਾਇਵ। ਉਹ ਜਿਹੜੇ ਗੁਰੂ ਮਹਾਰਾਜ ਨੇ ਕੰਮ ਦੱਸੇ ਨੇ, ਜੋ ਰਹਿਤ ਬਹਿਤ ਦੱਸੀ ਹੈ, ਉਹ ਸਾਡੇ ਕੋਲੋਂ ਕਮਾਈ ਨਹੀਂ ਜਾਂਦੀ। ਅਸੀਂ ਬਾਣੀ ਦਾ, ਪਹਿਲੀ ਗੱਲ ਤਾਂ ਬਾਣੀ ਦਾ ਰਹੱਸ ਨਹੀਂ ਸਮਝਦੇ, ਫਿਰ ਬਾਣੀ ਦੇ ਉੱਤੇ ਅਮਲ ਵੀ ਸਾਡੇ ਤੋਂ ਨਹੀਂ ਹੁੰਦਾ। ਬਾਣੀ ਜਿਹੜੇ ਕਰਮਾਂ ਨੂੰ ਤਿਆਗਣ ਨੂੰ ਕਹਿੰਦੀ, ਅਸੀਂ ਤਿਆਗ ਨਹੀਂ ਸਕਦੇ। ਤਿਆਗਣਾ ਤਿਆਗਨ ਨੀਕਾ, ਕਾਮ ਕ੍ਰੋਧ ਲੋਭ ਤਿਆਗਣਾ। ਤੇ ਹੋਰ ਜਿਹੜੇ ਕੰਮ ਬਾਣੀ ਕਰਨ ਨੂੰ ਕਹਿੰਦੀ ਹੈ, ਉਹ ਅਸੀਂ ਕਰ ਨਹੀਂ ਸਕਦੇ। ਪਾਠ ਕਰਨ ਕੋ ਨੇਮ ਨਿਭਾਹੈ। ਬਸ ਸਿਰਫ ਪਾਠ ਕਰਨ ਦਾ ਨੇਮ ਨਿਭਾ ਦਿੰਦੇ ਆ, ਵੀ ਪਾਠ ਕਰ ਲਿਆ, ਨੇਮ ਕਰ ਲੈਂਦੇ ਆ, ਨਿਤਨੇਮ ਕਰ ਲਿਆ, ਸਵੇਰੇ ਪਾਣੀ ਪੜ੍ਹ ਲਈ, ਸ਼ਾਮ ਨੂੰ ਰਹਿ ਰਾਸ ਕਰ ਲਈ, ਸੌਣ ਲੱਗਿਆ ਕੀਰਤਨ ਸੋਹਲੇ ਦਾ ਪਾਠ ਕਰ। ਇਹ ਨੇਮ ਤਾਂ ਨਿਭਾਈ ਜਾਂਦੇ ਆ, ਪਰ ਮਹਾਰਾਜ ਬਾਣੀ ਦਾ ਅਨੁਭਵ ਨਹੀਂ ਸਾਡਾ। ਬਾਣੀ ਸਾਡੇ ਹਿਰਦੇ 'ਚ ਵਸੀ ਨਹੀਂ ਕਹਿ ਲਓ,
ਬਾਣੀ ਦੇ ਅਰਥ ਪਰਮਾਰਥ ਦੀ ਵੀ ਸਾਨੂੰ ਸੋਝੀ ਨਹੀਂ ਹੁੰਦੀ। ਸਤਿਗੁਰੂ ਜੀ ਪੜੈ ਸਦਾ ਬਾਣੀ ਅਵਗਾਹ ਹੈ। ਬਸ ਬਾਣੀ ਪੜ੍ਹਦੇ ਹਾਂ, ਪੜ੍ਹ ਛੱਡਦੇ ਹਾਂ, ਪਰ ਬਾਣੀ ਪੜ੍ਹ ਕੇ ਅੰਦਰ ਕੋਈ ਸਾਡੇ ਮਹਾਰਾਜ ਜੀ ਅਸਰ ਹੁੰਦਾ ਕਿ ਨਹੀਂ ਹੁੰਦਾ, ਇਹ ਸਾਨੂੰ ਨਹੀਂ ਪਤਾ। ਕਿਆ ਹੋਵੈ ਗਤ ਅੰਤ ਹਮਾਰੀ। ਮਹਾਰਾਜ ਅੰਤ ਨੂੰ ਸਾਡਾ ਕੀ ਬਣੇਗਾ? ਸਾਡੀ ਮੁਕਤੀ ਹੋ ਜਾਏਗੀ, ਸਾਡਾ ਕਲਿਆਣ ਹੋ ਜਾਏਗਾ ਇੰਨਾ ਕੁਛ ਕਰਨ ਨਾਲ? ਕਿਉਂਕਿ ਮਨ ਤਾਂ ਟਿਕਦਾ ਨਹੀਂ। ਬਾਣੀ ਪੜ੍ਹਦੇ ਰਹਿੰਦੇ ਹਾਂ, ਘੰਟਾ 2 ਘੰਟਾ ਬਾਣੀ ਪੜ੍ਹਦੇ ਹਾਂ, ਮਨ ਕਿਤੇ ਕਿਤੇ ਘੁੰਮਦਾ ਹੈ, ਕਿਤੇ ਕਿਤੇ ਉਡਾਰੀਆਂ ਮਾਰਦਾ ਹੈ। ਤੇ ਮਹਾਰਾਜ ਇਸ ਤਰ੍ਹਾਂ ਜੇ ਰਿਹਾ ਤਾਂ ਕੀ ਸਾਡਾ ਕਲਿਆਣ ਹੋ ਜਾਏਗਾ? ਅੰਤ ਨੂੰ ਸਾਡਾ ਕੀ ਬਣੇਗਾ? ਕਿਉਂਕਿ ਸਾਰੇ ਆਪਾਂ ਜਿੰਨੇ ਵੀ ਲੋਕ ਹਾਂ, ਭਾਵੇਂ ਆਸਤਕ ਹਾਂ ਭਾਵੇਂ ਨਾਸਤਕ ਹਾਂ, ਮੌਤ ਦਾ ਡਰ ਤੇ ਸਾਰਿਆਂ ਨੂੰ ਹੀ ਹੈ। ਮਰਨ ਤੋਂ ਬਾਅਦ ਕੀ ਹੋਏਗਾ ਇਹ ਵੀ ਚਿੰਤਾ ਹੈ। ਮਰਨ ਕਾਲ ਕਾ ਤਰਾਸ ਨਿਵਰੀਐ। ਰੋਜ਼ ਚੌਪਈ ਸਾਹਿਬ ਦੇ ਵਿੱਚ ਇਹ ਮਹਾਰਾਜ ਦੀ ਪੰਕਤੀ ਪੜ੍ਹੀ ਦੀ ਹੈ। ਮਰਨ ਕਾਲ ਕਾ, ਮਰਨ ਦੇ ਟਾਈਮ ਦਾ ਜੋ ਤਰਾਸ ਡਰ ਹੈ, ਉਹ ਡਰ ਦੂਰ ਹੋ ਜਾਵੇ। ਕੀ ਬਣੇਗਾ ਸਾਡਾ, ਸਾਡੀ ਆਤਮਾ ਦਾ? ਇਹ ਸਾਰਿਆਂ ਵਾਸਤੇ ਸਵਾਲ ਹੈ, ਸਾਰਿਆਂ ਦੇ ਲਈ ਚਿੰਤਾ ਦਾ ਵਿਸ਼ਾ ਹੈ। ਸਾਨੂੰ ਵੀ ਚਿੰਤਾ ਹੈ ਕਿ ਅੰਤ ਨੂੰ ਸਾਡਾ ਕੀ ਬਣੇਗਾ। ਇਹ ਸੰਦੇਹ ਨਿਤ ਹਿਰਦੇ ਮਝਾਰੀ। ਅਸੀਂ ਪਾਪ ਕੀਤੇ ਹਨ। ਬਾਣੀ 'ਚ ਬਚਨ ਆਉਂਦਾ ਨਾ, ਫਰੀਦਾ ਦਰ ਦਰਵਾਜੇ ਜਾਏ ਕੇ ਕਿਉਂ ਡਿਠੋ ਘੜਿਆਲ। ਇਹੋ ਨਿਰਦੋਸ਼ਾਂ ਮਾਰੀਐ ਹਮ ਦੋਸਾਂ ਦਾ ਕਿਆ ਹਾਲ। ਦਰਵਾਜ਼ੇ ਤੇ ਘੜਿਆਲ ਦੇ ਉੱਤੇ ਘੰਟੇ ਘੰਟੇ ਬਾਅਦ ਘੜੀਏ ਘੜੀਏ ਮਾਰੀਏ, ਪਹਿਰੀ ਲਹਿ ਸਜਾਏ। ਹਰ ਘੜੀ ਬਾਅਦ ਥੋੜਾ ਪੈਂਦਾ ਹੈ, ਘੜਿਆਲ ਨੂੰ ਮਾਰ ਪੈਂਦੀ ਹੈ, ਉਹ 'ਚੋਂ ਆਵਾਜ਼ ਆਉਂਦੀ ਹੈ। ਕਹਿੰਦੇ ਜਿਹੜੇ ਬੰਦੇ ਸਾਡੇ ਵਰਗੇ ਦੋਸ਼ੀ ਹਨ, ਉਹ ਤਾਂ ਘੜਿਆਲ ਨੇ ਤਾਂ ਕੋਈ ਗਲਤੀ ਕੀਤੀ ਨਹੀਂ, ਫਿਰ ਵੀ ਉਹਦੇ 'ਤੇ ਥੋੜਾ ਵੱਜਦਾ ਹੈ। ਤੇ ਅਸੀਂ ਤਾਂ ਰੋਜ਼ ਹੀ ਹਜ਼ਾਰਾਂ ਗਲਤੀਆਂ ਕਰਦੇ ਹਾਂ, ਸਾਡਾ ਕੀ ਬਣੇਗਾ? ਮਹਾਰਾਜ ਇਹ ਕਿਰਪਾ ਕਰਕੇ ਦੱਸੋ। ਅਸ ਉੱਤਰ ਬੂਝੈ ਅਤ ਬਾਡੇ। ਮਹਾਰਾਜ ਸਾਡੇ ਮਨ ਦਾ ਸੰਸਾ ਦੂਰ ਕਰ ਦਿਓ। ਇਹ ਸਵਾਲ ਦਾ ਜਵਾਬ ਦਿਓ ਵੀ ਬਾਣੀ ਸਿਰਫ ਬਾਣੀ ਪੜ੍ਹਦੇ ਹਾਂ, ਘੰਟਾ 2 ਘੰਟੇ ਪਾਠ ਕਰ ਲਿਆ ਰੋਜ਼ ਦਾ, ਪਰ ਮਨ ਸਾਡਾ ਕੋਈ ਨਹੀਂ ਜੇ ਟਿਕਦਾ। ਮਨ ਸਾਡਾ ਕਿੱਧਰ ਦੀ ਕਿੱਧਰ ਗੇੜੇ ਲਾਉਂਦਾ ਰਹਿੰਦਾ ਹੈ। ਸੱਚੇ ਪਾਤਸ਼ਾਹ ਜੀ ਬਾਣੀ ਦੇ ਅਰਥਾਂ ਦੀ ਵੀ ਸਾਨੂੰ ਸਮਝ ਨਹੀਂ ਆਉਂਦੀ, ਪਰਮਾਰਥ ਦੀ ਵੀ ਸਾਨੂੰ ਸਮਝ ਕੋਈ ਨਹੀਂ। ਮੋਟੀ ਬੁੱਧੀ ਹੈ, ਜਿਹਦੀ ਬੁੱਧੀ ਮੋਟੀ ਹੋਵੇਗੀ ਸਾਧ ਸੰਗਤ ਜੀ, ਉਹਨੂੰ ਬਾਣੀ ਦੀ ਕੀ ਸਮਝ ਆਣੀ ਹੈ? ਇਹ ਤਾਂ ਅੰਤःਕਰਨ ਜਿਉਂ-ਜਿਉਂ ਨਿਰਮਲ ਹੋਵੇਗਾ, ਮਨ ਸ਼ੁੱਧ ਹੋਵੇਗਾ, ਤਿਉਂ-ਤਿਉਂ ਬਾਣੀ ਦੀ ਸਮਝ ਪੈਂਦੀ ਹੈ। ਜਦੋਂ ਸਾਡੇ ਮਨ ਦੀ ਬਿਰਤੀ ਤਾਮਸੀ ਹੁੰਦੀ ਹੈ ਜਾਂ ਰਾਜਸੀ ਹੁੰਦੀ, ਉਦੋਂ ਬਿਲਕੁਲ ਪਤਾ ਨਹੀਂ ਲੱਗਦਾ। ਫੁਰਨੇ ਉੱਧਰ ਤਮੋਗੁਣੀ ਬਿਰਤੀਆਂ ਤੇ ਰਜੋਗੁਣੀ ਬਿਰਤੀਆਂ ਬਾਹਰ ਹੀ ਘੁੰਮਦੀਆਂ ਰਹਿੰਦੀਆਂ। ਤੇ ਜਦੋਂ ਕਿਤੇ ਬਿਰਤੀ ਕਾਗਰ ਹੁੰਦੀ, ਸਤੋਗੁਣ ਨਾਲ ਹੁੰਦੀ ਹੈ, ਉਦੋਂ ਕੋਈ ਪੰਕਤੀ ਗੁਰਬਾਣੀ ਦੀ ਸਮਝ ਆਉਂਦੀ ਹੈ। ਇਸ ਕਰਕੇ ਮਹਾਰਾਜ ਜੀ ਸਾਡਾ ਕੀ ਬਣੇਗਾ? ਸਾਨੂੰ ਇਹ ਸ਼ੰਕਾ ਹੈ, ਆਪ ਉੱਤਰ ਦਿਓ। ਕਹਿ ਸਭ ਹਾਥ ਜੋਰ ਪਹਿ ਠਾਡੇ। ਸਾਰੀ ਸੰਗਤ ਹੱਥ ਜੋੜ ਕੇ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰ ਰਹੀ ਹੈ, ਖਲੋਤੀ ਹੈ ਸਾਰੀ ਸੰਗਤ। ਸ਼੍ਰੀ ਹਰਿ ਰਾਏ ਕਛੂ ਨਹਿ ਕਹਿਓ। ਗੁਰੂ ਹਰਿਰਾਏ ਸਾਹਿਬ ਜੀ ਕੋਈ ਜਵਾਬ ਨਹੀਂ ਦਿੱਤਾ। ਸਾਰੇ ਸਿੱਖ ਹੱਥ ਜੋੜ ਕੇ ਖੜੇ ਰਹੇ। ਮਹਾਰਾਜ ਨੇ ਉਹਨਾਂ ਦੀ ਗੱਲ ਦਾ, ਉਹਨਾਂ ਦੇ ਬਚਨ ਦਾ, ਉਹਨਾਂ ਦੇ ਸਵਾਲ ਦਾ ਕੋਈ ਉੱਤਰ ਜਵਾਬ ਨਹੀਂ ਦਿੱਤਾ। ਸਭ ਕੇ ਮਨ ਮੈਂ ਸੰਸਾ ਰਹਿਓ। ਸੰਸਾ ਉਹਨਾਂ ਦਾ ਉੱਦਾਂ ਹੀ ਰਹਿ ਗਿਆ। ਉਹ ਵਿਚਾਰੇ ਸੋਚਦੇ ਪਤਾ ਨਹੀਂ ਗੁਰੂ ਸਾਹਿਬ ਨੇ ਕਿਉਂ ਨਹੀਂ ਸਾਨੂੰ ਜਵਾਬ ਦਿੱਤਾ। ਇਸ ਤਰ੍ਹਾਂ ਉਹ ਚੁੱਪ ਕਰ ਗਏ। ਗੁਰੂ ਸਾਹਿਬ ਨੇ ਅੱਗੋਂ ਕੋਈ ਜਵਾਬ ਨਹੀਂ ਦਿੱਤਾ। ਤਿਹ ਛਿਨ ਹੋਏ ਤੁਰੰਗ ਅਸਵਾਰ। ਇੰਨੇ ਨੂੰ ਦੁਪਹਿਰ ਦਾ ਟਾਈਮ ਹੋ ਗਿਆ, 2 ਵਜੇ। ਮਹਾਰਾਜ ਘੋੜੇ ਤੇ ਸਵਾਰ ਹੋ ਕੇ ਗਮਨੇ ਬਾਹਰ ਹੇਤ ਸ਼ਿਕਾਰ ਖੇਡਣ ਨੂੰ ਬਾਹਰ ਚਲੇ ਗਏ। 7ਵੇਂ ਪਾਤਸ਼ਾਹ ਜੀ ਬਰਖਾ ਹੋਏ ਹਟੀ ਤਿਸ ਕਾਲਾ। ਸਾਧ ਸੰਗਤ ਜੀ ਨਾਲ ਉਸ ਜਿਹੜੀ ਸੰਗਤ ਸੀ ਉਹਨੂੰ ਵੀ ਲੈ ਗਏ ਵੀ ਆਓ ਭਾਈ ਤੁਹਾਨੂੰ ਵੀ ਸੈਰ ਸ਼ਿਕਾਰ ਤੇ ਲੈ ਚੱਲੀਏ। ਸਾਰੇ ਸੰਗਤ ਸਮੇਤ ਮਹਾਰਾਜ ਘੋੜੇ ਤੇ ਚੜ੍ਹ ਕੇ ਜਦੋਂ ਬਾਹਰ ਨਿਕਲੇ ਤੇ ਉਸ ਵੇਲੇ ਸਾਧ ਸੰਗਤ ਜੀ ਮੀਂਹ ਹੋ ਪੈ ਕੇ ਹਟਿਆ ਸੀਗਾ।
ਬਰਸਾਤ ਹੋ ਕੇ ਵਰਖਾ ਹੋਏ ਹਟੀ ਤਤਕਾਲਾ। ਉਸੇ ਵੇਲੇ ਅਜੇ ਮੀਂਹ ਹਟਿਆ ਹੀ ਸੀ, ਥੋੜਾ ਚਿਰ ਹੋਇਆ ਸੀ ਮੀਂਹ ਪੈ ਕੇ ਹਟਿਆ ਨੂੰ। ਸੂਰਜ ਨਿਕਸਿਓ ਦਿਓਤ ਬਿਸਾਲਾ। ਤੇ ਜਦੋਂ ਮੀਂਹ ਪੈ ਕੇ ਹਟਦਾ ਨਾ, ਫਿਰ ਸੂਰਜ ਦੀਆਂ ਕਿਰਨਾਂ ਸਿੱਧੀਆਂ ਪੈਂਦੀਆਂ, ਅਸਮਾਨ ਜਿਹੜਾ ਸਾਫ਼ ਹੋ ਜਾਂਦਾ, ਮਿੱਟੀ ਘੱਟਾ ਸਾਰਾ ਬਹਿ ਜਾਂਦਾ, ਸੂਰਜ ਦੀਆਂ ਕਿਰਨਾਂ ਤਿੱਖੀਆਂ ਪੈਂਦੀਆਂ ਹਨ। ਉਸ ਵੇਲੇ ਮਗ ਮੋਹ ਹੰਡੀ ਪੁਰਾਤ ਨਹਿਰੀ। ਮਹਾਰਾਜ ਸੱਚੇ ਪਾਤਸ਼ਾਹ ਘੋੜੇ ਤੇ ਤੁਰੇ ਜਾਂਦੇ ਆ, ਮੀਂਹ ਪੈ ਕੇ ਹਟਿਆ ਹੈ, ਸੂਰਜ ਦੀਆਂ ਕਿਰਨਾਂ ਬੜੀਆਂ ਤਿੱਖੀਆਂ ਧਰਤੀ ਤੇ ਪੈ ਰਹੀਆਂ ਨੇ। ਰਸਤੇ ਦੇ ਵਿੱਚ ਇੱਕ ਹਾਂਡੀ ਟੁੱਟੀ ਹੋਈ ਪਈ ਹੈ, ਪੁਰਾਣੀ ਹਾਂਡੀ, ਉਹ ਟੁੱਟੀ ਹੋਈ ਹੈ। ਤਹਾਂ ਠੀਕਰੀ ਚਮਕ ਕਨੇਰੀ। ਤੇ ਹਾਂਡੀ ਦੀਆਂ ਠੀਕਰੀਆਂ ਪਈਆਂ ਨੇ। ਜਿਹੜੇ ਤਾਂ ਪੰਜਾਬ ਚੋਂ ਆਏ ਨੇ ਉਹਨਾਂ ਨੂੰ ਤੇ ਹਾਂਡੀ ਦਾ ਪਤਾ ਲੱਗ ਗਿਆ ਹੋਣਾ, ਜਿਹੜੇ ਬੱਚੇ ਸ਼ਾਇਦ ਇੱਥੇ ਨੇ ਉਹਨਾਂ ਨੂੰ ਨਹੀਂ ਪਤਾ। ਹਾਂਡੀ ਸਾਧ ਸੰਗਤ ਜੀ ਮਿੱਟੀ ਦਾ ਦੇਗਾ, ਮਿੱਟੀ ਦਾ ਭਾਂਡਾ ਹੁੰਦਾ, ਜਿਵੇਂ ਘੜਾ ਹੁੰਦਾ, ਘੜੇ 'ਚ ਆਪਾਂ ਪਾਣੀ ਪਾ ਲੈਂਦੇ ਹਾਂ। ਹਾਂਡੀ ਉਹਨੂੰ ਕਹਿੰਦੇ ਆ ਜਿਹਦੇ ਵਿੱਚ ਦਾਲ ਵਗੈਰਾ ਮਿੱਟੀ ਦੇ ਭਾਂਡੇ 'ਚ ਪਿੰਡਾਂ ਵਿੱਚ ਚੁੱਲ੍ਹੇ 'ਚ ਤਿਆਰ ਕਰਦੇ ਸੀਗੇ। ਪਾਥੀਆਂ ਬਾਲ ਕੇ ਬੀਬੀਆਂ ਮਾਈਆਂ ਆਰੇ ਦੇ ਵਿੱਚ ਹਾਂਡੀ 'ਚ ਦਾਲ ਤਿਆਰ ਕਰਨੀ। ਹਾਂਡੀ ਦੇ ਵਿੱਚ ਕਈ ਵਾਰੀ ਦੁੱਧ ਵੀ ਕਾੜਨਾ, ਉਹਨੂੰ ਕਾੜਨੀ ਵੀ ਕਹਿ ਦਿੰਦੇ ਆ, ਤੌੜੀ ਵੀ ਕਹਿ ਦਿੰਦੇ ਆ, ਹਾਂਡੀ ਵੀ ਕਹਿ ਦਿੰਦੇ ਆ, ਦੇਗਾ ਵੀ ਕਹਿ ਦਿੰਦੇ। ਮਿੱਟੀ ਦਾ ਵੱਖਰੇ ਵੱਖਰੇ ਇਲਾਕਿਆਂ ਦੀ ਬੋਲੀ ਦੇ ਹਿਸਾਬ ਨਾਲ ਥੋੜ੍ਹਾ ਫਰਕ ਹੈ। ਹਾਂਡੀ ਸ਼ਬਦ ਜ਼ਿਆਦਾ ਪ੍ਰਚਲਿਤ ਹੈ। ਹਾਂਡੀ ਹਿੰਦੀ 'ਚ ਵੀ ਵਰਤ ਲੈਂਦੇ ਆ, ਪੰਜਾਬ ਵਿੱਚ ਪੰਜਾਬੀ ਵਾਲੇ ਵੀ ਹਾਂਡੀ ਵਰਤ ਲੈਂਦੇ। ਹਿੰਦੁਸਤਾਨ ਲਗਭਗ ਸਾਰੇ ਪਾਸੇ ਹਾਂਡੀ ਦੀ ਸਮਝ ਆ ਜਾਂਦੀ ਹੈ ਵੀ ਮਿੱਟੀ ਦਾ ਉਹ ਭਾਂਡਾ ਜਿਹਦੇ ਵਿੱਚ ਦੁੱਧ ਕਾੜਿਆ ਜਾ ਸਕਦਾ ਹੈ, ਮਿੱਟੀ ਦਾ ਉਹ ਭਾਂਡਾ ਜਿਹਦੇ ਵਿੱਚ ਮਾਂਹ ਦੀ ਦਾਲ, ਛੋਲਿਆਂ ਦੀ ਦਾਲ, ਕੋਈ ਹੋਰ ਦਾਲ ਵੀ ਰਿੰਨੀ ਜਾ ਸਕਦੀ ਹੈ, ਜਾਂ ਦੁੱਧ ਦਹੀਂ ਵੀ ਰਿੜਕਿਆ ਜਾ ਸਕਦਾ, ਉਹਨੂੰ ਝਾਟੀ ਕਹਿ ਦਿੰਦੇ, ਦੁੱਧ ਰਿੜਕਣ ਵਾਲੀ ਨੂੰ। ਸੋ ਹਾਂਡੀ ਮਿੱਟੀ ਦੀ ਇੱਕ ਟੁੱਟੀ ਪਈ ਸੀ। ਤਹਾਂ ਠੀਕਰੀ ਚਮਕ ਕਨੇਰੀ। ਉਸ ਹਾਂਡੀ ਦੀਆਂ ਠੀਕਰੀਆਂ ਪਈਆਂ, ਟੁੱਟੀਆਂ ਹੋਈਆਂ, ਤੇ ਸੂਰਜ ਦੀਆਂ ਕਿਰਨਾਂ ਪੈ ਰਹੀਆਂ ਉਹਦੇ ਉੱਤੇ ਸਿੱਧੀਆਂ, ਤੇ ਉਹ ਹਾਂਡੀ ਦੇ ਠੀਕਰ ਚਮਕਦੇ ਹਨ। ਕ੍ਰਿਤ ਬਾਸਨ ਕੀ ਫੂਟੀ ਪਰੀ। ਉਹ ਅਸਲ ਵਿੱਚ ਕਿਸੇ ਮਾਈ ਦਾ ਘਿਓ ਦਾ ਭਾਂਡਾ ਟੁੱਟ ਗਿਆ ਸੀਗਾ, ਪੁਰਾਣੇ ਸਮੇਂ ਦਾ ਟੁੱਟਾ ਪਿਆ ਸੀ। ਥਿਤ ਹੋਏ ਗੁਰੂ ਮੰਗਾਵਨ ਕਰੀ। ਗੁਰੂ ਸਾਹਿਬ ਨੇ ਘੋੜਾ ਰੋਕ ਲਿਆ, ਘੋੜਾ ਰੋਕ ਕੇ ਤੇ ਸਿੱਖਾਂ ਨੂੰ ਕਹਿੰਦੇ ਵੀ ਉਹ ਜਿਹੜੀ ਭਾਂਡੇ ਟੁੱਟੀ ਹਾਂਡੀ ਦੇ ਠੀਕਰੇ ਪਏ ਹਨ ਉਹ ਚੁੱਕ ਕੇ ਲਿਆਓ। ਨਿਜ ਕਰ ਮਹਿ ਧਰ ਬਾਕ ਬਖਾਨਾ। ਸੇਵਾਦਾਰ ਗਏ, ਜਾ ਕੇ ਹਾਂਡੀ ਦੀਆਂ ਠੀਕਰੀਆਂ ਚੁੱਕ ਲਿਆਏ, ਮਹਾਰਾਜ ਦੇ ਅੱਗੇ ਇੱਦਾਂ ਕਰ ਦਿੱਤੀਆਂ। ਸਤਿਗੁਰੂ ਇੱਕ ਠੀਕਰੀ ਫੜ ਕੇ ਹੱਥ ਵਿੱਚ ਤੇ ਸੰਗਤ ਨੂੰ ਬੋਲੇ, ਬਾਣੀ ਪਾਠ ਪ੍ਰਸ਼ਨ ਤੁਮਠਾਨਾ। ਭਾਈ ਸਿੱਖੋ, ਤੁਸੀਂ ਇਹ ਪ੍ਰਸ਼ਨ ਕੀਤਾ ਹੈ, ਇਹ ਸਵਾਲ ਕੀਤਾ ਹੈ ਵੀ ਅਸੀਂ ਬਾਣੀ ਪੜ੍ਹਦੇ ਹਾਂ ਪਰ ਸਾਨੂੰ ਬਾਣੀ ਦੀ ਸਮਝ ਨਹੀਂ ਆਉਂਦੀ, ਬਾਣੀ ਦੇ ਅਰਥ ਪਰਮਾਰਥ ਦਾ ਪਤਾ ਨਹੀਂ ਚੱਲਦਾ। ਕੀ ਬਾਣੀ ਪੜ੍ਹੀ ਦਾ ਸਾਨੂੰ ਫਾਇਦਾ ਹੋਵੇਗਾ? ਜੇ ਸਾਨੂੰ ਬਾਣੀ ਦੇ ਅਰਥਾਂ ਦੀ ਵੀ ਸਮਝ ਨਹੀਂ ਆਉਂਦੀ, ਬਾਣੀ ਦੇ ਪਰਮਾਰਥ ਦੀ ਵੀ ਸਾਨੂੰ ਸਮਝ ਨਹੀਂ ਆਉਂਦੀ, ਪਰ ਅਸੀਂ ਪਾਠ ਕਰਦੇ ਹਾਂ ਨੇਮ ਨਾਲ, ਰੋਜ਼ ਸੁਖਮਨੀ ਸਾਹਿਬ ਦਾ ਪਾਠ ਕਰੀਏ, ਭਾਵੇਂ ਜਪਜੀ ਸਾਹਿਬ ਦਾ ਕਰੀਏ, ਭਾਵੇਂ ਆਸਾ ਦੀ ਵਾਰ ਦਾ ਕਰੀਏ, ਜਾਂ ਪੰਜ ਗ੍ਰੰਥੀ ਦਾ ਪਾਠ ਕਰੀਏ, ਜਿੰਨਾ ਵੀ ਬਾਣੀ ਪਾਠ ਕਰਨਾ ਕਰਦੇ ਹਾਂ ਨਿਤਨੇਮ ਨਾਲ, ਕੀ ਗੁਰੂ ਸਾਹਿਬ ਸਾਨੂੰ ਇਹਦਾ ਫਲ ਮਿਲ ਸਕੇਗਾ? ਕੁਝ ਇਹਦਾ ਕੋਈ ਫਾਇਦਾ ਹੋਵੇਗਾ? ਕਿਉਂਕਿ ਮਨ ਤਾਂ ਲੱਗਦਾ ਨਹੀਂ। ਕਈ ਲੋਕਾਂ ਦਾ, ਇਹ ਸਾਰੀ ਦੁਨੀਆ 'ਚ 90-99% ਸੰਗਤ ਦਾ ਸਵਾਲ ਹੈ ਜਿਹੜੇ ਰੋਜ਼ ਨਿਤਨੇਮ ਕਰਦੇ। ਅਸੀਂ ਵੀ ਸਾਧ ਸੰਗਤ ਜੀ ਨਿਤਨੇਮ ਦਾ ਕਰਦੇ ਹਾਂ, ਸਵੇਰੇ ਉੱਠ ਕੇ ਕੋਈ ਜਪਜੀ ਸਾਹਿਬ ਦਾ ਕਰਦਾ, ਕੋਈ ਪੰਜ ਬਾਣੀਆਂ ਦਾ ਕਰਦਾ, ਕੋਈ ਇਸ ਤੋਂ ਵੀ ਜ਼ਿਆਦਾ ਸੁੰਦਰ ਗੁਟਕੇ ਦਾ ਕਰਦਾ, ਕੋਈ ਪੰਜ ਗ੍ਰੰਥੀ ਦਾ ਕਰਦਾ। ਜਿੰਨਾ ਜਿੰਨਾ ਕਿਸੇ ਦਾ ਨੇਮ ਬਣਿਆ ਹੋਇਆ ਸਾਰੇ ਸਿੰਘ ਪਾਠ ਕਰਦੇ। ਤੇ ਸਾਡਾ ਵੀ ਮਨ ਸਾਰਿਆਂ ਦਾ ਤੁਹਾਨੂੰ ਪਤਾ ਹੀ ਹੈ ਵੀ ਸਾਰੇ ਪਾਠ 'ਚ ਨਹੀਂ ਲੱਗਦਾ। ਘੰਟਾ ਪਾਠ ਕਰੀਦਾ,
ਕਿਤੇ ਇੱਕ ਅੱਧੀ ਪੰਕਤੀ 'ਚ ਮਨ ਲੱਗ ਗਿਆ, ਕਿਤੇ ਉਹ ਵੀ ਨਾ ਲੱਗਿਆ। ਇੱਦਾਂ ਸਾਡੀ ਰੋਜ਼ ਦੀ ਜਿਹੜੀ ਹੈ, ਇਹ ਸਾਡੀ ਸਾਧਨਾ ਦੇ ਵਿੱਚ ਸਾਨੂੰ ਰੋਜ਼ ਇਹ ਅਨੁਭਵ ਹੁੰਦਾ ਹੈ। ਤੇ ਗੁਰੂ ਸਾਹਿਬ ਜੀ ਨੂੰ ਪੁੱਛ ਰਹੇ ਨੇ ਸਿੱਖ ਮਹਾਰਾਜ, ਇਹਦਾ ਕੋਈ ਫਲ ਹੋਵੇਗਾ? ਸਤਿਗੁਰੂ ਹੁਣ ਦੱਸਣ ਲੱਗੇ ਉਹਦਾ ਫਲ। ਹਾਂਜੀ, ਤਿਸ ਕੋ ਉੱਤਰ ਲੀਜਹਿ ਸਾਰੇ। ਮਹਾਰਾਜ ਕਹਿੰਦੇ ਜਿਹੜਾ ਤੁਸੀਂ ਸਵਾਲ ਪੁੱਛਿਆ ਸੀ ਵੀ ਪਾਠ ਕਰਨ ਦਾ ਕੀ ਫਾਇਦਾ ਜੇ ਮਨ ਤਾਂ ਲੱਗਦਾ ਨਹੀਂ, ਇਹਦਾ ਉੱਤਰ ਸੁਣੋ, ਇਹਦਾ ਜਵਾਬ ਲਵੋ ਭਾਈ ਸਾਰੇ ਸਿੱਖ। ਜੋ ਗੁਰ ਸ਼ਬਦ ਕਮਾਵਹਿ ਪਿਆਰੇ। ਇਹ ਭਾਈ ਜਿਹੜੇ ਗੁਰੂ ਦੇ ਪਿਆਰੇ ਹਨ, ਗੁਰੂ ਦੇ ਸ਼ਬਦ ਦੀ ਕਮਾਈ ਕਰਦੇ ਹਨ, ਗੁਰਬਾਣੀ ਪੜ੍ਹਦੇ ਹਨ, ਨਿਤਨੇਮ ਕਰਦੇ ਹਨ, ਵਾਹਿਗੁਰੂ 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 ਮਾਲਾ ਨਾਲ ਜਪਣਾ, ਜਾਂ ਹੱਥਾਂ ਦੀ ਉਂਗਲਾਂ 'ਤੇ ਜਪਣਾ, ਜਾਂ ਫਿਰ ਰਸਨਾ ਨਾਲ ਜਪਣਾ, ਜਾਂ ਫਿਰ ਸੁਰਤੀ ਨਾਲ ਜਪਣਾ। ਇਹ ਤਾਂ ਵੱਖਰੀਆਂ ਵੱਖਰੀਆਂ ਸਟੇਜਾਂ ਹਨ। ਕੋਈ ਕਿਸੇ ਦਾ ਅਭਿਆਸ ਕਿਸੇ ਤਰ੍ਹਾਂ ਚੱਲਦਾ ਹੈ, ਕਿਸੇ ਦਾ ਕਿਸੇ ਤਰ੍ਹਾਂ ਚੱਲਦਾ ਹੈ। ਕੋਈ ਗੁਰਬਾਣੀ ਨੂੰ ਕੀਰਤਨ ਦੇ ਦੁਆਰਾ ਗਾਉਂਦੇ ਹਨ, ਅਤੇ ਕਈ ਗੁਰਬਾਣੀ ਦਾ ਪਾਠ ਕਰਦੇ ਹਨ, ਕਈ ਗੁਰਬਾਣੀ ਦੀ ਕਥਾ ਕਰਦੇ ਹਨ। ਜਿਹੜੇ ਵੀ ਸਿੱਖ ਗੁਰਬਾਣੀ ਦੀ ਵਿਚਾਰ ਪਾਠ ਕਰਦੇ ਹਨ, ਸੋ ਜਨ ਭੁਗਤ ਮੁਕਤ ਸੁਖ ਪਾਵੇ। ਮਹਾਰਾਜ ਕਹਿੰਦੇ ਜਿਹੜੇ ਪ੍ਰੇਮ ਨਾਲ ਬਾਣੀ ਪੜ੍ਹਦੇ ਨੇ ਉਹਨਾਂ ਨੂੰ ਮੁਕਤੀ ਵੀ ਮਿਲਦੀ, ਉਹਨਾਂ ਨੂੰ ਭੁਗਤੀ ਵੀ ਮਿਲਦੀ ਹੈ। ਮੁਕਤ ਔਰ ਭੁਗਤ ਦੇ ਸੁੱਖ ਮਿਲਦੇ ਹਨ। ਮੁਕਤ ਭੁਗਤ ਜੁਗਤ ਤੇਰੀ ਸੇਵਾ, ਜਿਸ ਤੂੰ ਆਪ ਕਰਾਏ ਹੈ। ਮਹਾਰਾਜ ਕਹਿੰਦੇ ਅਕਾਲ ਪੁਰਖ ਪਰਮੇਸ਼ਰ ਦੀ ਇਹ ਬਾਣੀ ਹੈ ਭਾਈ ਸਿੱਖੋ। ਧੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ। ਇਹਨੂੰ ਕੋਈ ਪ੍ਰੇਮ ਨਾਲ ਪੜ੍ਹੇ, ਇੱਛਾ ਨਾਲ ਪੜ੍ਹੇ, ਅਤੇ ਭਾਵੇਂ ਕੋਈ ਬਿਨਾਂ ਇੱਛਾ ਦੇ ਵੀ ਪੜ੍ਹੇ, ਉਹਨੂੰ ਵੀ ਇਹ ਫਾਇਦਾ ਜ਼ਰੂਰ ਦਿੰਦੀ ਹੈ। ਚਲਹਿ ਪੰਥ ਜੋ ਸ਼ਬਦ ਬਤਾਵੈ। ਜਿਹੜਾ ਗੁਰਬਾਣੀ 'ਚ ਪ੍ਰਸਤਾ ਦੱਸਿਆ ਹੈ, ਸ਼ਬਦ ਦੇ ਵਿੱਚ, ਬਾਣੀ ਦੇ ਵਿੱਚ ਸਿੱਖਿਆ ਦਿੱਤੀ, ਆਹ ਕੰਮ ਕਰਨਾ ਨਹੀਂ ਕਰਨਾ, ਗੁਰਬਾਣੀ ਦੇ ਦੱਸੇ ਮੁਤਾਬਕ, ਗੁਰਬਾਣੀ ਦੇ ਦੱਸੇ ਪੰਥ ਮੈਨੇ ਰਸਤੇ 'ਤੇ ਜਿਹੜਾ ਤੁਰਦਾ ਹੈ। ਪਾਠ ਸਧਾਰਨ ਜੋ ਨਿਤ ਕਰੇ। ਸਧਾਰਨ ਪਾਠ ਕਰਦਾ ਰੋਜ਼, ਭਾਵ ਬੜੇ ਪ੍ਰੇਮ ਨਾਲ ਰੋਜ਼ ਸਿੱਖ ਬਾਣੀ ਪੜ੍ਹਦਾ ਹੈ। ਭਾਵੇਂ ਉਹ ਗੁਰੂ ਗ੍ਰੰਥ ਸਾਹਿਬ ਦਾ ਸਹਿਜ ਪਾਠ ਕਰਦਾ ਹੈ, ਭਾਵੇਂ ਉਹ ਕਿਸੇ ਬਾਣੀ ਦਾ ਨੇਮ ਰੱਖਿਆ ਹੋਇਆ ਵੀ ਮੈਂ ਇੰਨੇ ਦਿਨ ਇਹ ਬਾਣੀ ਪੜ੍ਹਨੀ ਹੈ। 5 ਬਾਣੀਆਂ ਤੇ ਰਹਿ ਰਾਸ ਤੇ ਕੀਰਤਨ ਸੋਏ ਲਾਏ ਤਾਂ ਰੋਜ਼ ਦਾ ਹੀ ਸਿੰਘ ਕਰਦਾ ਹੀ ਹੈ। ਜਿਵੇਂ ਕੋਈ ਹੋਰ ਬਾਣੀ ਦਾ ਨੇਮ ਰੱਖ ਲੈਂਦੇ, 40 ਦਿਨ ਸੁਖਮਨੀ ਸਾਹਿਬ ਕਰਾਂਗੇ, ਜਾਂ 1 ਸਾਲ ਸੁਖਮਨੀ ਸਾਹਿਬ ਕਰਾਂਗੇ, 1.25 ਸਾਲ ਕਰਾਂਗੇ, ਜਾਂ ਸਾਰੀ ਉਮਰ ਵੀ ਕਰਨਾ, ਇੱਦਾਂ ਵੀ ਅਰਦਾਸੇ ਕਰ ਲੈਂਦੇ ਆ। ਬਾਣੀ ਪੜ੍ਹਦੇ ਆ ਜਿਹੜੇ ਸਿੱਖ, ਨੇਮ ਨਿਭਾਹਨ ਮੈਂ ਅਨੁਸਰੇ। ਬਾਣੀ ਦਾ ਨੇਮ ਨਿਭਾਉਂਦੇ, ਵੱਧ ਤੋਂ ਵੱਧ ਬਾਣੀ ਪੜ੍ਹਦੇ। ਸਾਧ ਸੰਗਤ ਜੀ, ਜਿੰਨਾ ਬਾਣੀ ਪੜ੍ਹ ਲਓਗੇ ਓਨਾ ਹੀ ਤੁਹਾਡੀ ਆਤਮਾ ਦਾ ਭੋਜਨ ਤੁਹਾਨੂੰ ਮਿਲ ਜਾਏਗਾ। ਮਹਾਰਾਜ ਕਹਿੰਦੇ ਜਿਹੜੇ ਨੇਮ ਨਾਲ ਬਾਣੀ ਪੜ੍ਹਦੇ ਹਨ ਗੁਰੂ ਕੇ ਸਿੱਖ, ਪਾਠ ਪ੍ਰਤਾਪ ਕਰੈ ਗਤ ਐਸੀ। ਗੁਰਬਾਣੀ ਦਾ ਪਾਠ ਇੰਨੀ ਸ਼ਕਤੀ ਰੱਖਦਾ ਹੈ, ਗੁਰਬਾਣੀ ਦੇ ਪਾਠ ਦਾ ਇੰਨਾ ਮਹਾਤਮ ਹੈ, ਇਸ ਤਰ੍ਹਾਂ ਦੀ ਗਤੀ ਕਰ ਦਿੰਦਾ, ਇਸ ਤਰ੍ਹਾਂ ਦੀ ਹਾਲਤ ਹੁੰਦੀ ਹੈ। ਸੁਨਹੁ ਸ਼ਰੋਨ ਹਮ ਭਾਖੈ ਜੈਸੀ। ਭਾਈ ਸਿੱਖੋ, ਜਿਹੜਾ ਤੁਸੀਂ ਸਵਾਲ ਕੀਤਾ ਸੀ ਤੁਹਾਨੂੰ ਦੱਸਦੇ ਹਾਂ, ਸੁਣੋ, ਸਮਝਣ ਦੀ ਕੋਸ਼ਿਸ਼ ਕਰੋ ਸਾਡੇ ਬਚਨਾਂ ਨੂੰ। ਜਿਮ ਠੀਕਰੀ ਬਹੁ ਬਰਖ ਬਿਤਾਈ। ਆਹ ਦੇਖੋ ਠੀਕਰੀਆਂ, ਦੇਖੋ ਇਹ ਠੀਕਰੀਆਂ ਉਸ ਭਾਂਡੇ ਦੀਆਂ ਹਨ ਜਿਸ ਵਿੱਚ ਕਦੀ ਘਿਓ ਪਿਆ ਹੋਇਆ ਸੀਗਾ। ਜਿਹੜੀ ਚਾਟੀ ਵਿੱਚ ਸਵਾਣੀਆਂ ਕਦੀ ਲੱਸੀ ਰਿੜਕਦੀਆਂ, ਦੁੱਧ ਰਿੜਕਦੀਆਂ, ਮੱਖਣ ਰਿੜਕਦੀਆਂ ਸਨ, ਵਿੱਚ ਘਿਓ ਰਹਿੰਦਾ ਸੀ। ਇਹਨਾਂ ਦੇ ਲੱਗੇ ਤੇਜ ਨਿਕਸੀ ਚਿਕਨਾਈ। ਤੇ ਆ ਪਤਾ ਨਹੀਂ ਕਦੋਂ ਦੀ ਇਹ ਹਾਂਡੀ ਟੁੱਟੀ ਹੋਈ ਹੈ। ਹੋ ਸਕਦਾ 10 ਸਾਲ ਪਹਿਲਾਂ, 5 ਸਾਲ ਪਹਿਲਾਂ ਇਹ ਘਿਓ ਪਿਆ ਹੋਵੇ। ਇਹ ਟੁੱਟ ਗਈ, ਭਾਂਡਾ ਟੁੱਟ ਗਿਆ, ਬਾਹਰ ਸਿੱਟ ਦਿੱਤਾ ਘਰ ਵਾਲਿਆਂ ਨੇ ਚੁੱਕ ਕੇ। ਅੱਜ ਸੂਰਜ ਦੀਆਂ ਕਿਰਨਾਂ ਪਈਆਂ, ਸੂਰਜ ਦੀਆਂ ਕਿਰਨਾਂ ਪੈ ਕੇ ਇਹ ਠੀਕਰੀਆਂ ਚਮਕ ਰਹੀਆਂ ਹਨ। ਚਮਕਣ ਦਾ ਕਾਰਨ ਕੀ ਹੈ? ਵੀ ਜਿਹੜਾ ਉੱਤੇ ਘਿਓ ਸੀਗਾ, ਥੰਦਾ ਸੀਗਾ, ਉਹ ਥਿੰਦਾ ਜਿਹੜਾ ਹੈ, ਉਹ ਚਿਕਨਾਈ ਜਿਹੜੀ ਹੈ ਚਮਕ ਰਹੀ ਹੈ। ਉੱਤੇ ਸੂਰਜ ਦੀਆਂ ਕਿਰਨਾਂ ਪੈਂਦੀਆਂ ਤੇ ਉਹ ਪਿੰਗਲ ਕੇ ਘਿਓ ਲਿਸ਼ਕਾਰੇ ਮਾਰਦਾ ਹੈ। ਤਿਮ ਜੇ ਪਠਹਿ ਨੇਮ ਗੁਰਬਾਣੀ। ਇਵੇਂ ਜਿਹੜਾ ਸਿੱਖ ਨੇਮ ਨਾਲ ਬਾਣੀ ਪੜ੍ਹਦਾ ਹੈ,
ਅੰਤ ਦੇਤ ਕਲਿਆਣ ਮਹਾਨੀ। ਉਹਦੇ ਵਿੱਚ ਗੁਰਬਾਣੀ ਦੀ ਚਿਕਨਾਈ ਰਹਿੰਦੀ। ਜਿਵੇਂ ਜਿਹੜੇ ਭਾਂਡੇ ਵਿੱਚ ਇੱਕ ਵਾਰੀ ਘਿਓ ਪੈ ਗਿਆ, ਉਹ ਭਾਂਡਾ ਥਿੰਦਾ ਹੋ ਗਿਆ, ਤੇ ਜਿੰਨਾ ਜ਼ਿਆਦਾ ਪਾਈ ਜਾਓਗੇ ਓਨਾ ਜ਼ਿਆਦਾ ਥਿੰਦਾ ਹੋਈ ਜਾਏਗਾ। ਜਿੰਨਾ ਜ਼ਿਆਦਾ ਬਾਣੀ ਪੜ੍ਹੋਗੇ ਓਨਾ ਹੀ ਅੰਦਰ ਉਹਦਾ ਰਸ ਪੈਦਾ ਹੋਵੇਗਾ, ਤੇ ਸਮਾਂ ਪਾ ਕੇ ਵੀ ਕਿੰਨੀ ਦੇਰੀ ਬਾਅਦ ਵੀ ਉਹਦਾ ਅਸਰ ਖਤਮ ਨਹੀਂ ਹੋਵੇਗਾ। ਸਾਧ ਸੰਗਤ ਜੀ, ਕਈ ਵਾਰੀ ਐਸਾ ਵੀ ਹੁੰਦਾ ਹੈ, ਕਈ ਗੁਰਮੁਖ ਪਿਆਰੇ ਜਵਾਨੀ ਵੇਲੇ ਤਾਂ ਬਾਣੀ ਪੜ੍ਹਦੇ ਹੈ, ਫਿਰ ਜਦੋਂ ਉਮਰ ਢਲਦੀ ਹੈ, ਬੁਢੇਪਾ ਆਉਂਦਾ ਹੈ, ਸੰਗਤ ਬਦਲ ਜਾਂਦੀ ਹੈ, ਖਿਆਲ ਬਦਲ ਜਾਂਦੇ ਹੈ, ਤੇ ਕਈ ਵਾਰੀ ਉਹ ਬਾਣੀ ਤੋਂ ਦੂਰ ਵੀ ਹੋ ਜਾਂਦੇ ਹੈ। ਇੱਦਾਂ ਲੱਗਦਾ ਵੀ ਇਹ ਹੁਣ ਪਤਿਤ ਹੋ ਗਏ ਨੇ, ਭ੍ਰਿਸ਼ਟ ਹੋ ਗਏ ਨੇ, ਜੀਵਨ ਬਦਲ ਗਿਆ, ਪਹਿਲੇ ਵਾਲਾ ਜੀਵਨ ਨਹੀਂ ਰਿਹਾ। ਫਿਰ ਵੀ ਗੁਰੂ ਸਾਹਿਬ ਦੀ ਬਾਣੀ ਦੀ ਕਲਾ ਉਹਨਾਂ 'ਤੇ ਵਰਤਦੀ ਹੈ, ਉਹ ਫਿਰ ਮੁੜ ਕੇ ਆ ਜਾਂਦੇ ਨੇ। ਬਾਣੀ ਨਹੀਂ ਕਿਤੋਂ ਜਾਂਦੀ ਨਹੀਂ ਅੰਦਰੋਂ। ਆਖੋ ਸ੍ਰੀ ਵਾਹਿਗੁਰੂ। ਬਾਣੀ ਇੱਕ ਵਾਰੀ ਜੇ ਪੜ੍ਹ ਲਈ ਕਿਸੇ ਨੇ, ਭੁੱਲ ਕੇ ਵੀ ਪੜ੍ਹ ਲਈ, ਉਹਦਾ ਅਸਰ ਉਹਨੂੰ ਜਾਣਾ ਨਹੀਂ, ਉਹਦੇ ਅੰਦਰ ਰਹਿਣਾ ਹੀ ਰਹਿਣਾ ਹੈ। ਇਹ ਗੁਰਬਾਣੀ ਦੀ ਸ਼ਕਤੀ ਹੈ। ਵਾਹਿਗੁਰੂ ਵਾਹਿਗੁਰੂ। ਰਹੀ ਚਿਕਨਤਾ ਠੀਕਰ ਮਾਹੇ। ਮਹਾਰਾਜ ਕਹਿੰਦੇ ਦੇਖੋ ਚਿਕਨਾਈ ਰਹੀ ਠੀਕਰੀਆਂ ਦੇ ਵਿੱਚ। ਆਹ ਠੀਕਰੀਆਂ ਜਿਹੜੀਆਂ ਪਤਾ ਨਹੀਂ ਕਦੋਂ ਦੀ ਹਾਂਡੀ ਟੁੱਟੀ ਸੀ, ਤੇ ਉਹ ਘਿਓ 5 ਸਾਲ 10 ਸਾਲ 20 ਸਾਲ 50 ਸਾਲ ਪਹਿਲਾਂ ਕਿਤੇ ਉਹਦੇ 'ਚ ਘਿਓ ਪਿਆ ਸੀਗਾ, ਤੇ ਪਈਆਂ ਰਹੀਆਂ ਪਰ ਚਿਕਨਾਈ ਨਹੀਂ ਗਈ। ਚਿਕਨਾਈ ਉੱਦਾਂ ਹੀ ਰਹੀ ਠੀਕਰੀਆਂ ਦੇ ਵਿੱਚ। ਤਿਉ ਬਾਣੀ ਗੁਣ ਰਹਿ ਮਨ ਤਾਹੇ। ਇਸੇ ਤਰ੍ਹਾਂ ਬਾਣੀ ਦੇ ਗੁਣ ਜਿਹੜੇ ਨੇ ਉਸ ਸਿੱਖ ਦੇ ਮਨ ਵਿੱਚ ਰਹਿੰਦੇ ਨੇ। ਜਿਹੜਾ ਗੁਰਬਾਣੀ ਪ੍ਰੇਮ ਨਾਲ ਪੜ੍ਹਦਾ ਹੈ, ਗੁਰਬਾਣੀ ਦਾ ਜਾਪ ਕਰਦਾ, ਨੇਮ ਕਰਦਾ, ਰੋਜ਼ ਅੰਮ੍ਰਿਤ ਵੇਲੇ ਉੱਠਦਾ, ਭਾਵੇਂ ਕੋਈ ਜਪਜੀ ਸਾਹਿਬ ਪੜ੍ਹਦਾ ਹੈ, ਭਾਵੇਂ ਜਾਪ ਸਾਹਿਬ ਪੜ੍ਹਦਾ ਹੈ, ਭਾਵੇਂ ਉਹ ਕੋਈ ਸੁਖਮਨੀ ਸਾਹਿਬ, ਆਸਾ ਦੀ ਵਾਰ, ਹੋਰ ਬਾਣੀਆਂ ਦਾ ਨੇਮ ਕਰਦਾ ਹੈ, ਜਾਂ ਕੀਰਤਨ ਸੁਣਦਾ ਹੈ, ਬਾਣੀ ਦਾ ਅਸਰ ਉਹਦੇ 'ਚੋਂ ਜਾਣਾ ਨਹੀਂ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਗੁਰੂ ਰਾਮਦਾਸ ਮਹਾਰਾਜ, ਜਿਨ੍ਹਾਂ ਦਾ ਅੱਜ ਸਾਧ ਸੰਗਤ ਜੀ ਗੁਰਤਾ ਗੱਦੀ ਦਿਵਸ ਵੀ ਹੈ, ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੈ। ਧੰਨ ਗੁਰੂ ਰਾਮਦਾਸ ਮਹਾਰਾਜ ਆਪਣੀ ਬਾਣੀ 'ਚ ਗੌਂਡ ਰਾਗ ਵਿੱਚ ਫੁਰਮਾਨ ਕਰਦੇ ਨੇ, हे ਭਾਈ ਪ੍ਰਭ ਘਾਲਿਆ ਕਿਸੈ ਕਾ ਇੱਕ ਤਿਲ ਨਾ ਗਵਾਈ। ਜੇ ਮਨ ਚਿੰਦੇ, ਜੇ ਮਨ ਚਿਤ ਆਸ ਰੱਖੇ ਹਰ ਊਪਰ, ਤਾਂ ਮਨ ਚਿੰਦੇ ਅਨੇਕ ਫਲ ਪਾਈ। ਹਰ ਜਾਣੈ ਜੋ ਕਿਛ ਜੀ ਵਰਤੈ, ਪ੍ਰਭ ਘਾਲਿਆ ਕਿਸੇ ਕਾ ਇੱਕ ਤਿਲ ਨਾ ਗਵਾਈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਮਹਾਰਾਜ ਕਹਿੰਦੇ ਬੰਦੇ, ਜੇ ਤੂੰ ਵਾਹਿਗੁਰੂ ਦੇ ਉੱਤੇ ਭਰੋਸਾ ਰੱਖੇਗਾ, ਤੈਨੂੰ ਅਨੇਕਾਂ ਤਰ੍ਹਾਂ ਦੀਆਂ ਖੁਸ਼ੀਆਂ ਮਿਲਣਗੀਆਂ। ਜੋ ਵੀ ਤੂੰ ਮੰਗੇਗਾ ਤੈਨੂੰ ਮਿਲੇਗਾ। ਜੋ ਤੇਰੇ ਮਨ ਦਾ ਫੁਰਨਾ ਉਹ ਪੂਰਾ ਹੋਵੇਗਾ। ਜੋ ਮੰਗੇ ਠਾਕਰ ਆਪਣੇ ਤੇ ਸੋਈ ਦੇਵੈ। ਤੇ ਉਹ ਜਿਹੜਾ ਵਾਹਿਗੁਰੂ ਹੈ, ਉਹ ਕਿਸੇ ਦੀ ਘਾਲਣਾ ਬਿਰਥੀ ਜਾਣ ਨਹੀਂ ਦਿੰਦਾ। ਜੇ ਕੋਈ ਉਹਦੇ ਨਾਂ 'ਤੇ, ਰੱਬ ਦੇ ਨਾਂ 'ਤੇ ਕੋਈ ਚੰਗਾ ਕੰਮ ਕਰਦਾ ਹੈ, ਨਾਮ ਜਪਦਾ ਹੈ, ਬਾਣੀ ਪੜ੍ਹਦਾ ਹੈ, ਲੰਗਰ ਲਾਉਂਦਾ ਹੈ, ਸੇਵਾ ਕਰਦਾ ਹੈ, ਕੁਛ ਵੀ ਕੰਮ ਚੰਗਾ ਦਾਨ ਪੁੰਨ ਕਰਦਾ ਹੈ, ਮਹਾਰਾਜ ਪਰਮੇਸ਼ਰ ਦਾ ਫਲ ਜ਼ਰੂਰ ਦਿੰਦਾ ਹੈ। ਜੇ ਮਨ ਚਿਤ ਆਸ ਰੱਖੇ ਅਰ ਉਪਰ। ਜੇ ਆਪਣੇ ਮਨ ਵਿੱਚ, ਆਪਣੇ ਚਿੱਤ ਵਿੱਚ ਹਰੀ ਤੇ ਆਸ ਰੱਖਣੀ, ਤਾਂ ਮਨ ਚਿੰਦੇ ਅਨੇਕ ਫਲ ਪਾਈ। ਤਾਂ ਮਨ ਚਿੰਦੇ ਅਨੇਕਾਂ ਪ੍ਰਕਾਰ ਦੇ ਫਲਾਂ ਦੀ ਪ੍ਰਾਪਤੀ ਹੋਵੇਗੀ। ਹਰ ਜਾਣੈ ਜੋ ਕਿਸੇ ਜੀ ਵਰਤੈ। ਹਰੀ ਜਾਣਦਾ ਹੈ ਜੋ ਕਿਸੇ ਬੰਦੇ ਦੇ ਜੀਵ ਵਿੱਚ ਚੱਲ ਰਹੀ ਹੈ। ਜੇ ਸਾਡੇ ਮਨ 'ਚ ਚੰਗੇ ਖਿਆਲ ਨੇ ਤਾਂ ਵਾਹਿਗੁਰੂ ਨੂੰ ਪਤਾ ਹੈ। ਜੇ ਸਾਡੇ ਮਨ 'ਚ ਬੁਰੇ ਖਿਆਲ ਨੇ ਤਾਂ ਵਾਹਿਗੁਰੂ ਨੂੰ ਪਤਾ ਹੈ। ਹੋ ਸਕਦਾ ਹੈ ਦੁਨੀਆ ਚੰਗੇ ਖਿਆਲਾਂ ਵਾਲਿਆਂ ਨੂੰ ਮਾੜਾ ਸਮਝ ਲਵੇ। ਇਹ ਵੀ ਹੋ ਸਕਦਾ ਹੈ ਮਾੜੇ ਖਿਆਲਾਂ ਵਾਲਿਆਂ ਨੂੰ ਦੁਨੀਆ ਚੰਗਾ ਸਮਝ ਲਵੇ। ਦੁਨੀਆ ਦਾ ਨਜ਼ਰੀਆ ਆਮ ਮੈਂ ਦੇਖਿਆ ਹੈ, ਆਪਾਂ ਸਾਰੇ ਮਹਿਸੂਸ ਕਰ ਸਕਦੇ ਹਾਂ। ਅਸੀਂ ਸਾਰੇ ਵਿੱਚ ਹੀ ਹਾਂ।
ਅਸੀਂ ਇਹ ਜ਼ਿਆਦਾ ਜ਼ੋਰ ਲਾਉਂਦੇ ਹਾਂ ਵੀ ਦੁਨੀਆ ਦੇ ਸਾਹਮਣੇ ਆਪਾਂ ਚੰਗੇ ਪੇਸ਼ ਹੋਈਏ, ਦੁਨੀਆ ਨੂੰ ਸਾਡੀ ਚੰਗਿਆਈ ਦਾ ਹੀ ਪਤਾ ਲੱਗੇ, ਸਾਡੀ ਬੁਰਿਆਈ ਦਾ ਨਾ ਪਤਾ ਲੱਗੇ। ਇਸ ਦੁਨੀਆ ਵਿੱਚ ਕੋਈ ਵੀ ਇਨਸਾਨ ਹੈ, ਉਹ ਜੇ ਸਾਧ ਸੰਗਤ ਜੀ 90 ਕੰਮ ਚੰਗੇ ਕਰਦਾ, 10 ਮਾੜੇ ਵੀ ਕਰਦਾ ਹੋਏਗਾ। ਜੇ 90 ਮਾੜੇ ਕਰਦਾ, 10 ਚੰਗੇ ਵੀ ਕਰਦਾ ਹੋਏਗਾ। ਮਾੜੇ ਤੋਂ ਮਾੜੇ ਬੰਦੇ 'ਚ ਵੀ ਕੋਈ ਚੰਗਿਆਈ ਹੁੰਦੀ ਹੈ, ਚੰਗੇ ਬੰਦੇ 'ਚ ਵੀ ਕੋਈ ਨਾ ਕੋਈ ਬੁਰਿਆਈ ਹੁੰਦੀ ਹੈ। ਇਹ ਕੁਦਰਤ ਹੈ। ਮਹਾਰਾਜ ਬਾਣੀ 'ਚ ਕਹਿੰਦੇ ਗੁਣ ਔਗਣ ਸਮਾਨ ਹੈ, ਜੇ ਆਪ ਕੀਤੇ ਕਰਤਾਰ। ਗੁਣ ਤੇ ਔਗਣ ਬਰਾਬਰ ਨੇ, ਵਾਹਿਗੁਰੂ ਨੇ ਬਣਾਏ ਨੇ, ਬੰਦਿਆਂ 'ਚ ਹੀ ਪਾਏ ਨੇ। ਪਰ ਬੰਦਾ ਇਹ ਸੋਚਦਾ ਹੈ ਵੀ ਮੇਰੀ ਬੁਰਾਈ ਦਾ ਨਾ ਕਿਸੇ ਨੂੰ ਪਤਾ ਲੱਗੇ ਤੇ ਮੇਰੇ ਗੁਣਾਂ ਦਾ ਲੋਕਾਂ ਨੂੰ ਪਤਾ ਲੱਗੇ। ਤੇ ਦੁਨੀਆ ਵੀ ਸਾਧ ਸੰਗਤ ਜੀ ਦੂਜੇ ਦੇ ਗੁਣ ਦੇਖ ਕੇ ਤਾਂ ਖੁਸ਼ ਹੁੰਦੀ ਹੈ, ਔਗਣ ਵੇਖ ਕੇ ਦੁਨੀਆ ਦੁਰਕਾਰਦੀ ਹੈ। ਕਿਸੇ ਦੀ ਸਾਨੂੰ ਬੁਰਾਈ ਪਤਾ ਲੱਗ ਜੇ, ਕਿਸੇ ਦੀ ਕੋਈ ਵੀਕਨੈਸ ਪਤਾ ਲੱਗ ਜੇ ਵੀ ਬੰਦੇ 'ਚ ਆਹ ਕਮਜ਼ੋਰੀ ਹੈ, ਉਸ ਬੰਦੇ ਨੂੰ ਯੂਜ਼ ਕਰਦੇ ਨੇ, ਜਲੀਲ ਕਰਦੇ ਨੇ, ਉਹਨੂੰ ਤੰਗ ਕਰਦੇ ਨੇ। ਪਰ ਵਾਹਿਗੁਰੂ ਇੱਦਾਂ ਨਹੀਂ ਕਰਦਾ। ਵਾਹਿਗੁਰੂ ਸਾਰਿਆਂ ਦੇ ਔਗਣ ਜਾਣਦਾ ਹੈ, ਸਾਰਿਆਂ ਦੀਆਂ ਬੁਰਾਈਆਂ ਦਾ ਚੰਗਿਆਈਆਂ ਦਾ ਉਹਨੂੰ ਪਤਾ ਹੈ। ਹਰ ਜਾਣੈ ਜੋ ਕੁਛ ਜੀ ਵਰਤੈ, ਪ੍ਰਭ ਘਾਲਿਆ ਕਿਸੇ ਕਾ ਇੱਕ ਤਿਲ ਨਾ ਗਵਾਈ। ਤਿਲ ਮਾਤਰ ਵੀ ਘਾਲਣਾ, ਚੰਗੀ ਕੀਤੀ ਚੰਗੇ ਦਾ ਫਲ ਦੇਵੇਗਾ, ਮਾੜੀ ਕੀਤੀ ਮਾੜਾ ਫਲ ਦੇਵੇਗਾ, ਫਲ ਸਭ ਨੂੰ ਦੇਵੇਗਾ। ਇਸ ਤਰ੍ਹਾਂ ਭਾਈ ਜੇ ਬਾਣੀ ਪੜ੍ਹ ਲਓਗੇ ਤਾਂ ਬਾਣੀ ਦੀ ਚਿਕਨਾਈ ਤੁਹਾਡੇ ਅੰਦਰ ਰਹੇਗੀ। ਜਿਵੇਂ ਆਹ ਹਾਂਡੀ ਟੁੱਟੀ ਹੋਈ ਘਿਓ ਵਾਲੀ, ਮੱਖਣ ਵਾਲੀ, ਕਈ ਸਾਲਾਂ ਦੇ ਠੀਕਰੀਆਂ ਪਈਆਂ ਨੇ, ਪਰ ਕਿਉਂਕਿ ਇਸ ਹਾਂਡੀ ਦੇ ਵਿੱਚ ਕਿਸੇ ਜ਼ਮਾਨੇ 'ਚ ਘਿਓ ਪਿਆ ਸੀਗਾ, ਅੱਜ ਟੁੱਟੀ ਹੋਈ ਨੂੰ ਵੀ ਕਿੰਨੇ ਸਾਲ ਹੋ ਗਏ, ਪਰ ਇਹਦੇ ਵਿੱਚੋਂ ਥਿੰਦਿਆਈ ਅਜੇ ਵੀ ਝਲਕ ਰਹੀ ਹੈ। ਇਸੇ ਤਰ੍ਹਾਂ ਭਾਈ ਇਹ ਜ਼ਿੰਦਗੀ ਦੇ ਵਿੱਚ, ਸੰਸਾਰ ਦੇ ਵਿੱਚ ਜੋ ਵੀ ਕੋਈ ਇਨਸਾਨ ਗੁਰਬਾਣੀ ਪੜ੍ਹੇਗਾ, ਭਾਵੇਂ ਉਹਨੂੰ ਅੱਜ ਫਲ ਮਿਲੇ ਭਾਵੇਂ ਕੱਲ੍ਹ ਮਿਲੇ, ਉਹਦਾ ਫਲ ਜ਼ਰੂਰ ਮਿਲੇਗਾ। ਅੰਤ ਕਾਲ ਫਲ ਕਰਹਿ ਪ੍ਰਕਾਸ਼ੇ। ਗੁਰਬਾਣੀ ਦਾ ਪਾਠ ਅੰਤ ਸਮੇਂ ਬੜਾ ਫਲ ਦੇਵੇਗਾ। ਜਾਨੀਏ ਮਹਾਤਮ ਗਏ ਹਰ ਦੁਆਰ ਜੀ। ਅਜੇ ਤਾਂ ਨਹੀਂ ਪਤਾ ਲੱਗਦਾ ਵੀ ਕਈ ਲੋਕ ਕਹਿੰਦੇ ਆ ਵਿਹਲੇ ਬੈਠੇ ਪਾਠ ਹੀ ਕਰੀ ਜਾਂਦੇ ਆ ਜੀ, ਇਹ ਗੁਟਕੇ ਘਸਾਈ ਜਾਂਦੇ ਆ ਜੀ, ਇਹ ਵਾਹਿਗੁਰੂ ਵਾਹਿਗੁਰੂ ਕਰੀ ਜਾਂਦੇ। ਇੱਦਾਂ ਜਿਹੜੇ ਨਾਸਤਕ ਲੋਕ ਨੇ ਉਹ ਬਾਣੀ ਪੜ੍ਹਨ ਵਾਲਿਆਂ ਨੂੰ ਕਿੰਤੂ ਪ੍ਰੰਤੂ ਕਰਦੇ ਹਨ, ਨਾਮ ਜਪਣ ਵਾਲਿਆਂ ਦਾ ਮਖੌਲ ਉਡਾਉਂਦੇ ਹਨ ਵੀ ਇਹ ਬਾਣੀ ਪੜ੍ਹਦੇ ਆ, ਨਾਮ ਜਪਦੇ ਆ, ਲੋਕ ਟੀਚਰਾਂ ਕਰਦੇ ਆ। ਪਰ ਉਹਨਾਂ ਲੋਕਾਂ ਨੂੰ ਆਪਾਂ ਕੀ ਲੈਣਾ, ਜੋ ਮਰਜ਼ੀ ਕਹੀ ਜਾਣ। ਪਤਾ ਤਾਂ ਉਦੋਂ ਲੱਗਣਾ ਜਦੋਂ ਜਮਦੂਤਾਂ ਦੇ ਦਰਸ਼ਨ ਹੋਣੇ। ਜੈ ਮਹਾਂ ਭਿਆਨ ਦੂਤ ਜਮ ਦਲੈ, ਤੈ ਕੇਵਲ ਨਾਮ ਸੰਗ ਤੇਰੇ ਚਲੈ। ਅੰਤ ਵੇਲੇ, ਲਾਸਟ ਟਾਈਮ, ਜਦੋਂ ਇਹ ਸਰੀਰ ਵਿੱਚੋਂ ਜਾਨ ਨਿਕਲਦੀ ਹੈ ਨਾ, ਜਿੰਦ ਨਿਮਾਣੀ ਕੱਢੀ ਹੈ, ਹੱਡਾਂ ਕੂੰ ਕੜਕਾਏ, ਹੱਡਾਂ ਨੂੰ ਤੋੜ ਤੋੜ ਕੇ ਜਾਨ ਨਿਕਲਣੀ ਹੈ। ਜਿੰਦ ਨਿਮਾਣੀ ਕੱਢੀ ਹੈ, ਹੱਡਾਂ ਕੂੰ ਕੜਕਾਏ, ਸਾਏ ਲਿਖੇ ਨਾ ਚੱਲਣੀ ਜਿੰਦੂ ਕੂੰ ਸਮਝਾਏ। ਜਿੰਦ ਵਹੁਟੀ ਮਰਨ ਵਰ ਲੈ ਜਾਸੀ ਪਰਣਾਏ। ਜਿੰਦ ਰੂਪੀ ਵਹੁਟੀ ਨੂੰ ਮੌਤ ਰੂਪੀ ਲਾੜਾ ਲੈ ਜਾਏਗਾ ਵਿਆਹ ਕੇ, ਤੇ ਲੈ ਕੇ ਜਾਣਾ ਉਹਨੇ, ਛੱਡਣਾ ਥੋੜ੍ਹਾ। ਭਾਵੇਂ ਕੋਈ ਵੀ ਦੁਨੀਆ ਵਿੱਚ ਰਾਜਾ ਹੈ, ਭਿਖਾਰੀ ਹੈ, ਹਿੰਦੂ ਹੈ, ਮੁਸਲਮਾਨ ਹੈ, ਗਰੀਬ ਹੈ, ਅਮੀਰ ਹੈ, ਇਸਤਰੀ ਹੈ, ਪੁਰਸ਼ ਹੈ, ਬੁੱਢਾ ਹੈ, ਜਵਾਨ ਹੈ, ਬੱਚਾ ਹੈ, ਕੁਛ ਉਹਨੇ ਤਾਂ ਲਿਹਾਜ਼ ਨਹੀਂ ਕਰਨਾ। ਟਾਈਮ ਦਾ ਜਿੰਨਾ ਸਵਾਸਾਂ ਦਾ ਹੈ ਓਨਾ, ਜਿਹਨੇ ਉਮਰ ਪੂਰੀ ਹੋ ਗਈ, ਸਵਾਸ ਪੂਰੇ ਹੋ ਗਏ, ਚੱਲ ਬਈ ਅੱਗੇ ਲੱਗ। ਉਹ ਜਦੋਂ ਜਮਦੂਤ ਦਰਸ਼ਨ ਦੇਣਗੇ, ਉਸ ਵੇਲੇ ਸਿਵਾਏ ਨਾਮ ਦੇ ਤੇ ਸਿਵਾਏ ਬਾਣੀ ਦੇ ਕੋਈ ਮਦਦਗਾਰ ਨਹੀਂ ਹੋਵੇਗਾ। ਉਸ ਵੇਲੇ ਸਿਰਫ ਤੇ ਸਿਰਫ ਪੜ੍ਹੀ ਹੋਈ ਬਾਣੀ, ਜਪਿਆ ਹੋਇਆ ਨਾਮ ਕੰਮ ਆਵੇਗਾ, ਹੋਰ ਕੁਛ ਨਹੀਂ ਕੰਮ ਆਵੇਗਾ। ਹਾਂਜੀ। ਜਥਾ ਕੁਸਮ ਤਿਲ ਪਾਏ ਸੋ ਬਾਸੇ। ਕਹਿੰਦੇ ਜਿਵੇਂ ਤਿਲਾਂ ਦੇ ਤੇਲ ਵਿੱਚ, ਜਦੋਂ ਤਿਲਾਂ ਦਾ ਤੇਲ ਕੱਢਣਾ ਹੋਵੇ ਕੋਹਲੂ ਦੇ ਵਿੱਚ, ਤੇ ਜਿਹੜੇ ਚੰਗੇ ਤੇਲ ਕੱਢਣ ਵਾਲੇ ਨੇ ਉਹ ਫੁਲੇਲ ਬਣਾਉਂਦੇ ਨੇ। ਫੁਲੇਲ ਇੱਕ ਤੇਲ ਹੁੰਦਾ, ਇੱਕ ਫੁਲੇਲ ਹੁੰਦਾ। ਫੁਲੇਲ ਮਹਿੰਗਾ ਹੁੰਦਾ, ਉਹ ਰਾਜੇ ਮਹਾਰਾਜੇ ਅਮੀਰ ਲੋਕ ਲੈਂਦੇ ਨੇ।
ਹੁੰਦਾ ਤਾਂ ਤੇਲ ਹੀ ਹੈ। ਫੁਲੇਲ ਤੇ ਤੇਲ ਇੱਕੋ ਹੀ ਚੀਜ਼ ਹੁੰਦੀ, ਫਰਕ ਵੀ ਹੁੰਦਾ। ਫਰਕ ਇਹ ਹੁੰਦਾ ਵੀ ਤਿਲਾਂ ਨੂੰ ਜਦੋਂ ਪਾਉਣਾ ਨਾ ਉਹਦੇ ਵਿੱਚ ਕੋਹਲੂ ਦੇ, ਉਹਦੇ 'ਚ ਫੁੱਲ ਵੀ ਪਾ ਦੇਣੇ, ਫੁਲੇਲ ਫੁੱਲਾਂ ਦਾ ਤੇਲ ਪਾ ਦੇਣਾ, ਉਹ ਸੁਗੰਧੀ ਆਣੀ ਉਹਦੇ 'ਚੋਂ। ਉੱਦਾਂ ਤੁਸੀਂ ਇਕੱਲਾ ਤਿਲਾਂ ਦਾ ਤੇਲ ਕੱਢੋਗੇ ਤੇ ਖੁਸ਼ਬੂ ਨਹੀਂ ਆਣੀ ਉਹਦੇ 'ਚੋਂ, ਉਹ ਆਮ ਉਹਦੀ ਤਿਲਾਂ ਦੀ ਆਏਗੀ, ਜਿਹੜੀ ਮਾੜੀ ਮੋਟੀ ਆਏਗੀ। ਅਤੇ ਜੇ ਉਹਦੇ ਵਿੱਚ ਪਾ ਦਿੱਤੇ ਫੁੱਲ, ਕੁਸਮ ਫੁੱਲ ਪਾ ਦਿੱਤੇ, ਫਿਰ ਉਹ ਕੀ ਬਣ ਜਾਂਦਾ? ਫੁਲੇਲ। ਉਹ ਬੜਾ ਸੋਹਣਾ ਮਹਿੰਗਾ ਤੇਲ ਹੁੰਦਾ, ਲੋਕ ਕੇਸਾਂ ਨੂੰ ਲਾਉਂਦੇ ਆ, ਰਾਜੇ ਮਹਾਰਾਜੇ ਲਾਉਂਦੇ ਆ, ਆਪਾਂ ਦੇਖਦੇ ਹੀ ਹਾਂ ਕਈ ਪ੍ਰਕਾਰ ਦਾ ਉਹ ਮਹਿੰਗਾ ਤੇਲ ਹੁੰਦਾ ਹੈ। ਹਾਂਜੀ। ਪਾਠਕ ਕੀ ਸਹਾਇਤਾ ਕਰਹੀ। ਕਹਿੰਦੇ ਉਹਦੀ ਸੁਗੰਧੀ ਤਿਲਾਂ ਦੇ ਤੇਲ ਵਿੱਚੋਂ ਫਿਰ ਫੁੱਲਾਂ ਦੀ ਆਉਂਦੀ ਹੈ। ਜੇ ਫੁੱਲ ਪੈ ਗਏ ਨਾ, ਇੱਦਾਂ ਜਿਹੜਾ ਬੰਦਾ ਹੈ, ਇਨਸਾਨ ਹੈ ਕੋਈ ਵੀ ਪਾਠ ਕਰਨ ਵਾਲਾ, ਉਹਦਾ ਤੇਲ ਹੀ ਹੈ ਫੁੱਲ ਤਿਲਾਂ ਦਾ। ਪਰ ਜੇ ਪੈ ਗਈ ਵਿੱਚ ਗੁਰਬਾਣੀ ਤੇ ਫਿਰ ਕੀ ਬਣ ਗਿਆ? ਫਿਰ ਬਣ ਗਿਆ ਫੁਲੇਲ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇਕੱਲਾ ਬੰਦਾ ਸਮਝੋ ਤੇਲ ਹੈ, ਫਾਰ ਐਗਜ਼ਾਮਪਲ। ਤੇ ਕਹਿੰਦੇ ਜੇ ਬਣ ਗਈ, ਪੈ ਗਈ ਵਿੱਚ ਗੁਰਬਾਣੀ ਬੰਦੇ ਦੇ, ਤੇ ਫਿਰ ਬਣ ਗਿਆ ਫੁਲੇਲ। ਫਿਰ ਉਹਦੀ ਮਹਿਕ ਆਏਗੀ, ਖੁਸ਼ਬੂ ਆਏਗੀ। ਹਾਂਜੀ। ਅੰਤ ਕਾਲ ਪੀੜਾ ਪਰ ਹਰਿ। ਇਹ ਜਿਹੜੀ ਗੁਰਬਾਣੀ ਹੈ, ਅੰਤ ਕਾਲ ਉਹ ਬੰਦੇ ਦੀ ਪੀੜ ਦੂਰ ਕਰੇਗੀ। ਜਿਹੜਾ ਬਾਣੀ ਪੜ੍ਹੇਗਾ, ਬਾਣੀ ਦਾ ਪਾਠਕ ਹੈ, ਉਹਦੀ ਫਿਰ ਸਹਾਇਤਾ ਕਰਦੀ ਹੈ, ਜਮਾਂ ਤੋਂ ਇਹ ਬਚਾ ਲੈਂਦੀ ਹੈ, ਜਮਾਂ ਦੇ ਡੰਡੇ ਨਹੀਂ ਪੈਣ ਦਿੰਦੀ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ। ਇਸ ਕਰਕੇ ਖਾਲਸਾ ਜੀ, ਜਿੰਨਾ ਹੋ ਸਕੇ ਨਾ, ਇੱਕ ਤਾਂ ਮੌਤ ਨੂੰ ਬਹੁਤਾ ਦੂਰ ਨਾ ਸਮਝੀਏ ਵੀ ਅਗਲੇ ਸਾਲ ਆਏਗੀ, 10 ਸਾਲਾਂ ਨੂੰ ਆਏਗੀ, 50 ਸਾਲਾਂ ਨੂੰ ਆਏਗੀ, ਇਹ ਤਾਂ ਨਾ ਸੋਚੋ। ਇਹ ਤਾਂ ਅਗਲੇ ਸਵਾਸ 'ਤੇ ਗੱਲ ਰੱਖੋ ਵੀ ਆਹ ਸਵਾਸ ਚੱਲ ਰਿਹਾ, ਅਗਲਾ ਆਉਣਾ ਕਿ ਨਹੀਂ ਆਉਣਾ, ਫੇਰ ਗੱਲ ਬਣਨੀ ਹੈ। ਮਹਾਰਾਜ ਕਹਿੰਦੇ ਹਮ ਆਦਮੀ ਹਾਂ ਇੱਕ ਦਮੀ। ਅਸੀਂ ਦਮ ਆਏ ਦੇ ਆਦਮੀ ਹਾਂ, ਨਾ ਦਮ ਆਇਆ ਤੇ ਮੁਰਦਾ ਹਾਂ। ਸਾਹ ਬਾਹਰ ਜਾਂਦਾ, ਅੰਦਰ ਜਾਂਦਾ, ਅੰਦਰ ਜਾਂਦਾ, ਬਾਹਰ ਜਾਂਦਾ। ਜੇ ਬਾਹਰ ਗਿਆ ਮੁੜ ਕੇ ਅੰਦਰ ਨਾ ਗਿਆ ਤੇ ਫਿਰ ਫਤਿਹ ਮੋਰਚਾ। ਇਸ ਕਰਕੇ ਮਹਾਰਾਜ ਕਹਿੰਦੇ ਭਾਈ ਬਾਣੀ ਅੱਜ ਹੀ ਪੜ੍ਹਨੀ ਸ਼ੁਰੂ ਕਰ ਦਿਓ। ਗੁਰਬਾਣੀ ਪੜ੍ਹੋ, ਗੁਰਬਾਣੀ ਸੁਣੋ। ਇਹ ਤੁਹਾਡੇ ਨਾਲ ਇੱਦਾਂ ਤੁਹਾਡੇ ਅੰਦਰ ਖੁਸ਼ਬੂ ਪੈਦਾ ਕਰੇਗੀ ਜਿਵੇਂ ਤਿਲਾਂ ਦੇ ਤੇਲ 'ਚ ਫੁੱਲ ਪਾ ਦਈਏ ਤੇ ਫੁਲੇਲ ਬਣ ਜਾਂਦਾ ਹੈ। ਹਾਂਜੀ। ਗੁਰਮੁਖ ਤੇ ਸਿੱਖਨ ਸੁਣ ਕਰਕੇ। ਗੁਰੂ ਸਾਹਿਬ ਜੀ ਨੇ ਸਿੱਖਾਂ ਨੂੰ ਸਮਝਾਇਆ ਤੇ ਐਗਜ਼ਾਮਪਲ ਦਿੱਤੀ ਉਸ ਹਾਂਡੀ ਦੀ, ਟੁੱਟੀ ਹੋਈ ਹਾਂਡੀ ਦੀ, ਜਿਹੜੀ ਕਦੀ ਮੱਖਣ ਨਾਲ ਭਰੀ ਰਹਿੰਦੀ ਸੀ, ਟੁੱਟ ਗਈ ਤੇ ਉਹਦੇ ਵਿੱਚੋਂ, ਉਹਦੀਆਂ ਠੀਕਰੀਆਂ ਵਿੱਚੋਂ ਸਿੰਧਿਆਈ ਨਹੀਂ ਗਈ। ਮਹਾਰਾਜ ਕਹਿੰਦੇ ਬਾਣੀ ਦਾ ਪਾਠ ਕੀਤਾ, ਨਿਤਨੇਮ ਕੀਤਾ। ਕਈ ਲੋਕ ਸਾਧ ਸੰਗਤ ਜੀ ਅੱਜ ਕੱਲ੍ਹ ਇਸੇ ਕਰਕੇ ਪਾਠ ਕਰਨਾ ਛੱਡ ਦਿੰਦੇ, ਕਹਿੰਦੇ ਸਾਡਾ ਮਨ ਤਾਂ ਲੱਗਦਾ ਨਹੀਂ, ਛੱਡੋ ਪਰੇ। ਕਈ ਇਸ ਕਰਕੇ ਛੱਡ ਦਿੰਦੇ ਆ। ਕਈ ਪ੍ਰਚਾਰਕ ਵੀ ਇੱਦਾਂ ਕਹਿ ਦਿੰਦੇ ਆ, ਉਹ ਜੇ ਭਾਈ ਤੁਹਾਨੂੰ ਬਾਣੀ ਦੇ ਅਰਥਾਂ ਦਾ ਪਤਾ ਨਹੀਂ, ਤੁਹਾਨੂੰ ਕੋਈ ਸਮਝ ਨਹੀਂ ਆਉਂਦੀ, ਐਵੇਂ ਨਾ ਗੁਟਕੇ ਘਸਾਈ ਜਾਓ, ਪਾਠ ਕਰਨ ਦਾ ਕੋਈ ਫਾਇਦਾ ਨਹੀਂ। ਪ੍ਰਚਾਰਕ ਵੀ ਇੱਦਾਂ ਦੇ ਆ ਗਏ। ਉਹ ਪ੍ਰਚਾਰ ਜਦੋਂ ਕਰ ਦਿੰਦੇ ਆ ਵੀ ਬਾਣੀ ਪੜ੍ਹਨ ਦਾ ਕੋਈ ਫਾਇਦਾ ਨਹੀਂ, ਬਾਣੀ ਦੀ ਵਿਚਾਰ ਕਰਨੀ ਚਾਹੀਦੀ। ਹੁਣ ਵਿਚਾਰ ਕਰਨੀ ਆਵੇ ਨਾ ਤੇ ਪਾਠ ਕਰਨਾ ਛੱਡ ਦਿਓ। ਪਾਠ ਵਿਚਾਰ ਕਰਨੀ ਦਾ ਅਗਲਾ ਸਟੈਪ ਹੈ ਨਾ। ਪਹਿਲਾਂ ਤਾਂ ਪੜ੍ਹਾਂਗੇ। ਕੋਈ ਵੀ ਚੀਜ਼ ਹੈ, ਤੁਸੀਂ ਕੋਈ ਵੀ ਚੀਜ਼ ਹੈ, ਚਿੱਠੀ ਆਈ ਹੈ, ਮੰਨ ਲਓ ਮੇਲ ਆਈ ਸਾਡੇ ਘਰ, ਕਿਸੇ ਰਿਸ਼ਤੇਦਾਰ ਦੀ ਆਈ ਹੈ ਜਾਂ ਕਿਸੇ ਆਫਿਸ ਤੋਂ ਆਈ ਚਿੱਠੀ ਆਈ ਹੈ, ਉਹਦੇ ਵਿੱਚ ਕੋਈ ਮੈਸੇਜ ਆਇਆ, ਪਹਿਲਾਂ ਤੇ ਪੜ੍ਹਾਂਗੇ ਨਾ, ਪਹਿਲਾਂ ਤੇ ਪੜ੍ਹਾਂਗੇ, ਫਿਰ ਉਹ ਮੈਸੇਜ ਸਮਝਾਂਗੇ। ਜੇ ਕੋਈ ਆਖੇ ਵੀ ਨਹੀਂ ਆਪਾਂ ਪੜ੍ਹਨਾ ਹੀ ਕੋਈ ਨਹੀਂ, ਸਮਝ ਨਹੀਂ ਆਉਂਦੀ, ਆਪਾਂ ਪੜ੍ਹਨਾ ਹੀ ਕੋਈ ਨਹੀਂ, ਸਮਝਾਉਣਾ ਅਗਲਾ ਸਟੈਪ, ਪੜ੍ਹਨਾ ਪਹਿਲਾ ਸਟੈਪ। ਤਾਂ ਬਾਣੀ ਪੜ੍ਹੀ ਚੱਲੋ, ਸਮਝ ਵੀ ਆਵੇਗੀ, ਮਨ ਜੁੜੇਗਾ। ਜੁੜੇ ਹੋਏ ਮਨ 'ਚ ਸਮਝ ਆਣੀ ਹੈ। ਉੱਦਾਂ ਪਹਿਲਾਂ ਤਾਂ ਆਪਣਾ ਖਿੰਡਦਾ ਹੀ ਰਹਿਣਾ, ਪਹਿਲਾਂ ਤਾਂ ਕਈ ਸਾਲ ਲੱਗ ਜਾਂਦੇ ਆ, ਮਨ ਜੁੜਦਾ ਹੀ ਨਹੀਂ। ਇਹ ਅਭਿਆਸ ਹੈ, ਤਾਂ ਪ੍ਰੈਕਟਿਸ ਹੈ। ਜਿਵੇਂ ਆਪਾਂ ਦੁਨਿਆਵੀ ਚੀਜ਼ਾਂ ਸਿੱਖਣ ਲਈ ਪ੍ਰੈਕਟਿਸ ਕਰਦੇ, ਪਹਿਲੇ ਦਿਨ ਕਾਰ 'ਚ ਬਹਿ ਕੇ ਕੋਈ ਡਰਾਈਵਰ ਨਹੀਂ ਬਣ ਜਾਂਦਾ। 2-4 ਦਿਨ ਇੱਧਰ ਉੱਧਰ ਪੁੱਠੇ ਸਿੱਧੇ ਗੇੜੇ ਦਿੰਦਾ, ਕਈ ਵਾਰੀ ਬ੍ਰੇਕ ਜ਼ੋਰ ਨਾਲ ਮਾਰਦਾ, ਕਈ ਵਾਰੀ ਵਿੱਚ ਠੋਕ ਵੀ ਦਿੰਦਾ ਕਿਤੇ ਜਾ ਕੇ, ਤੇ ਕਾਫੀ ਕੁਛ ਕਰਕੇ ਤੇ ਫਿਰ ਪਰਫੈਕਟ ਡਰਾਈਵਰ ਬਣ ਜਾਂਦਾ। ਇੱਦਾਂ ਹੀ ਮਨ ਦੀ ਖੇਡ ਹੈ। ਬਾਣੀ
ਅੱਜ ਪੜ੍ਹੀ ਹੈ, ਕੱਲ ਹੋਰ, ਪਰਸੋਂ ਹੋਰ, ਚੌਥੇ ਹੋਰ। ਬਾਣੀ ਉਹ ਸੁਰਤ ਵਿੱਚ ਵਸੇਗੀ। ਜੋ ਜੋ ਤੁਸੀਂ ਬਾਰ-ਬਾਰ ਦੇਖਦੇ ਹੋ, ਦਿਮਾਗ ਦੇਖਦਾ ਹੈ, ਅੱਖਾਂ ਦੇਖਦੀਆਂ ਨੇ, ਕੰਨ ਦਾ ਹੀ ਦਿਮਾਗ ਕੋਲ ਚਲੀ ਜਾਂਦੀ ਚੀਜ਼, ਅੱਖਾਂ ਰਾਹੀਂ ਚਲੀ ਜਾਂਦੀ ਹੈ, ਨੱਕ ਰਾਹੀਂ। ਪੰਜ ਜਿਹੜੀ 5 ਸਾਇੰਸ ਨੇ, ਨੱਕਾਂ, ਅੱਖਾਂ, ਕੰਨ, ਜੀਭ ਅਤੇ ਚਮੜੀ, ਇਹ ਜਿਹੜੀਆਂ 5 ਚੀਜ਼ਾਂ ਨੇ, ਬਾਹਰਲਾ ਸਾਰਾ 5 ਤੱਤਾਂ ਦਾ ਗਿਆਨ ਸਾਡੇ ਕੋਲ ਅੰਦਰ ਪਹੁੰਚਾਉਂਦੀਆਂ ਨੇ। ਸਾਡੇ ਅੰਤःਕਰਨ ਦੇ ਵਿੱਚ, ਸਾਡੀ ਬੁੱਧੀ ਦੇ ਕੋਲ ਜਿਹੜਾ ਗਿਆਨ ਪਹੁੰਚਦਾ ਬਾਹਰੋਂ, ਇਹਨਾਂ 5 ਚੀਜ਼ਾਂ ਰਾਹੀਂ ਪਹੁੰਚਦਾ। ਜੋ ਬਾਰ-ਬਾਰ ਅੱਖਾਂ ਨਾਲ ਦੇਖੋਗੇ ਉਹ ਤੁਹਾਡੇ ਦਿਮਾਗ ਵਿੱਚ ਰਹੇਗਾ। ਜੋ ਕੰਨਾਂ ਨਾਲ ਬਾਰ-ਬਾਰ ਸੁਣੋਗੇ ਉਹ ਤੁਹਾਡੇ ਦਿਮਾਗ ਵਿੱਚ ਰਹੇਗਾ। ਜਿਹੜਾ ਤੁਸੀਂ ਬਾਰ-ਬਾਰ ਰਸਨਾ ਨਾਲ ਬੋਲੋਗੇ ਉਹ ਤੁਹਾਡੇ ਦਿਮਾਗ ਵਿੱਚ ਰਹੇਗਾ। ਇਸੇ ਤਰ੍ਹਾਂ ਸਾਧ ਸੰਗਤ ਜੀ, ਜੇ ਬਾਣੀ ਦਾ ਹੀ ਦਰਸ਼ਨ ਕਰੀ ਜਾਵਾਂਗੇ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅੱਖਰ ਦਿਮਾਗ ਵਿੱਚ ਰਹਿਣਗੇ। ਬਾਣੀ ਸੁਣਾਂਗੇ, ਉਹ ਕੰਨਾਂ 'ਚ ਰਹੇਗੀ, ਜਿਹੜੀ ਉਹ ਅੰਦਰ ਸੁਰਤ ਵਿੱਚ ਜਾਏਗੀ, ਹੌਲੇ ਹੌਲੇ ਜਾਏਗੀ। ਸੋ ਸਤਿਗੁਰੂ ਜੀ ਕਹਿੰਦੇ, ਭਾਈ ਇਹ ਨਾ ਆਖੋ ਵੀ ਬਾਣੀ ਪੜ੍ਹਨ ਦਾ ਫਾਇਦਾ ਕੋਈ ਨਹੀਂ। ਫਾਇਦਾ ਹੈ, ਦੇਖੋ ਠੀਕਰੀਆਂ ਦੇ ਵਿੱਚ ਥਿੰਦਿਆਈ ਕਿੰਨੇ ਸਾਲਾਂ ਬਾਅਦ ਚਮਕ ਰਹੀ ਹੈ। ਹਾਂਜੀ, ਦਈ ਪ੍ਰਦਰਸ਼ਨ ਚੌਹਾਂ ਦਿਸ਼ ਫਿਰ ਕੈ। ਗੁਰੂ ਸਿੱਖਾਂ ਨੇ ਮਹਾਰਾਜ ਦਾ ਬਚਨ ਮੰਨਿਆ, ਚਰਨਾਂ ਤੇ ਮੱਥਾ ਟੇਕਿਆ ਤੇ ਗੁਰੂ ਸਾਹਿਬ ਦੀ ਪਰਿਕਰਮਾ ਕੀਤੀਆਂ। ਸਭ ਕੇ ਹਿਰਦੈ ਵਧੀ ਸੋ ਪ੍ਰਤੀਤ। ਹੁਣ ਸਾਰਿਆਂ ਦੇ ਮਨ 'ਚ ਭਰੋਸਾ ਵੱਜ ਗਿਆ ਵੀ ਗੁਰਬਾਣੀ ਨਹੀਂ ਛੱਡਣੀ, ਭਾਵੇਂ ਮਨ ਲੱਗੇ ਭਾਵੇਂ ਨਾ ਲੱਗੇ, ਸਮਝ ਆਵੇ ਭਾਵੇਂ ਨਾ ਆਵੇ, ਪਾਠ ਜ਼ਰੂਰ ਕਰਾਂਗੇ, ਪਾਠ ਕਰਾਂਗੇ। ਕਿਉਂਕਿ ਮਹਾਰਾਜ ਨੇ ਬਚਨ ਕਹਿਤਾ ਵੀ ਪਾਠ ਕਰੋਗੇ ਤੇ ਤੁਹਾਡੇ ਅੰਦਰ ਥਿੰਦਿਆਈ ਭਰੇਗੀ, ਬਾਣੀ ਦਾ ਰਸ ਭਰੇਗਾ। ਹਾਂਜੀ, ਬਾਣੀ ਪੜ੍ਹਵੇ ਕੀ ਵੱਡ ਪ੍ਰੀਤ। ਬਾਣੀ ਹੁਣ ਪ੍ਰੇਮ ਨਾਲ ਪੜ੍ਹਨ ਲੱਗ ਪਏ, ਬਾਣੀ ਪੜ੍ਹਨ ਦੀ ਪ੍ਰੀਤ ਵੱਧ ਗਈ। ਸਾਧ ਸੰਗਤ ਜੀ, ਇਹ ਨਸ਼ਾ ਲੱਗ ਜੇ ਕਿਸੇ ਨੂੰ, ਭਾਗ ਜਾਗ ਪੈਣ। ਸਾਨੂੰ ਤੇ ਹੋਰ ਹੀ ਮਾਇਆ ਦੇ ਨਸ਼ੇ ਲੱਗੇ ਹੋਏ ਆ, ਬਾਣੀ ਦਾ ਨਸ਼ਾ ਹੀ ਨਹੀਂ। ਜੇ ਬਾਣੀ ਦਾ ਨਸ਼ਾ ਲੱਗ ਜਾਵੇ, ਬਾਣੀ ਪੜ੍ਹਨ ਦੀ ਪ੍ਰੀਤ ਲੱਗ ਜਾਏ, ਫਿਰ ਕੀ ਆਨੰਦ ਹੈ। ਫਿਰ ਉਸ ਆਨੰਦ ਨੂੰ ਬਿਆਨ ਥੋੜ੍ਹਾ ਕਰ ਸਕਦਾ ਕੋਈ। ਉਹ ਸਵਾਦ ਹੀ ਵੱਖਰਾ ਹੈ, ਉਹ ਰਸ ਹੀ ਵੱਖਰਾ ਹੈ। ਸਤਿਗੁਰ ਕੇ ਪਗ ਪੰਕਜ ਬੰਦੇ। ਗੁਰੂ ਕੇ ਸਿੱਖਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ਼ ਸਾਹਿਬ ਸ੍ਰੀ ਗੁਰੂ ਹਰਿਰਾਏ ਸਾਹਿਬ ਦੇ ਚਰਨਾਂ 'ਤੇ ਮੱਥਾ ਟੇਕਿਆ। ਸਤਿਗੁਰੂ ਜੀ, ਆਪ ਜੀ ਦਾ ਸ਼ੁਕਰਾਨ, ਕੋਟ ਕੋਟ ਸ਼ੁਕਰਾਨਾ, ਧੰਨਵਾਦ ਜੋ ਆਪ ਜੀ ਨੇ ਸਾਡਾ ਨਿਸ਼ਚਾ ਪੱਕਾ ਕਰ ਦਿੱਤਾ ਬਾਣੀ ਪੜ੍ਹਨ 'ਤੇ। ਜਾਨ ਆਪਣੇ ਭਾਗ ਬਿਲੰਦੇ। ਸਾਡੇ ਭਾਗ ਚੰਗੇ ਆ ਵੀ ਸਾਨੂੰ ਆਪ ਜੀ ਨੇ ਡੋਲਣ ਤੋਂ ਰੱਖ ਲਿਆ ਹੈ। ਡੋਲਣ 'ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ। ਸਾਧ ਸੰਗਤ ਜੀ, ਹੁਣ ਕਲਯੁਗ ਦਾ ਪਹਿਰਾ ਬੜਾ ਜੰਗੀ ਚੱਲਿਆ ਹੈ। ਹੁਣ ਸਾਨੂੰ ਬਾਣੀ ਤੋਂ ਤੋੜਨ ਵਾਲਿਆਂ ਦੇ ਬੜੇ ਬੜੇ ਤੂਫਾਨ ਬਣ ਕੇ ਆਉਣੇ ਨੇ। ਕਿਸੇ ਨੇ ਕਿਸੇ ਰੂਪ 'ਚ ਕਹਿਣਾ, ਕਿਸੇ ਨੇ ਕਿਸੇ ਰੂਪ 'ਚ ਬਾਣੀ ਨਾ ਪੜ੍ਹੋ, ਬਾਣੀ ਪੜ੍ਹਨ ਦਾ ਕੋਈ ਫਾਇਦਾ ਨਹੀਂ। ਬੜੇ ਤਰੀਕਿਆਂ ਦੀ ਹਨੇਰੀਆਂ ਚੱਲਣੀਆਂ ਨੇ, ਪਰ ਆਪਾਂ ਤੇ ਆਪਣੀ ਆਤਮਾ ਦਾ ਕਲਿਆਣ ਸੋਚੀਏ। ਆਪਾਂ ਕੀ ਲੈਣਾ ਦੁਨੀਆ ਜੋ ਮਰਜ਼ੀ ਕਹੀ ਜਾਵੇ, ਆਪਣਾ ਫਾਇਦਾ ਬਾਣੀ ਨਾਲ ਹੀ ਹੋਣਾ। ਸੱਚੇ ਪਾਤਸ਼ਾਹ ਦਾ ਗੁਰਬਾਣੀ ਦਾ ਫੈਸਲਾ ਹੈ, ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾ। ਮੈਨੂੰ ਤਾਂ ਗੁਰਬਾਣੀ ਦਾ ਹੀ ਆਸਰਾ ਹੈ। ਕਿਸੇ ਨੂੰ ਕਿਸੇ ਦਾ ਹੋਊ, ਕਿਸੇ ਨੂੰ ਕਿਸੇ ਦਾ ਹੋਊ, ਮੈਨੂੰ ਤਾਂ ਗੁਰਬਾਣੀ ਦਾ। ਇਹ ਗੁਰੂ ਸਾਹਿਬ ਕਹਿੰਦੇ ਸਿੱਖਾਂ ਨੂੰ ਵੀ, ਸਿੱਖਾਂ ਦਾ ਨਿਸ਼ਚਾ ਹੀ ਹੋਣਾ ਚਾਹੀਦਾ, ਗੁਰੂ ਦਾ ਨਿਸ਼ਚਾ ਹੋਵੇ। ਸਿੱਖ ਦਾ ਨਿਸ਼ਚਾ ਇਹ ਹੋਵੇ ਵੀ ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾ। ਉਹਨਾਂ ਸਿੱਖਾਂ ਨੇ ਨਿਸ਼ਚਾ ਪੱਕਾ ਕਰ ਲਿਆ। ਗੁਰਬਾਣੀ ਜਾਨੀ ਸੁਖ ਕਾਰਨ। ਉਹਨਾਂ ਨੇ ਗੁਰਬਾਣੀ ਨੂੰ ਸੁੱਖਾਂ ਦਾ ਕਾਰਨ ਜਾਣ ਲਿਆ। ਗੁਰਬਾਣੀ ਬਹੁ ਪਤਿਤ ਉਦਾਹਰਨ। ਇਹ ਗੁਰੂ ਕੀ ਬਾਣੀ ਪਾਪੀਆਂ ਦਾ ਉਧਾਰ ਕਰਨ ਵਾਲੀ। ਪਤਿਤ ਜਿਹੜੇ ਬੰਦੇ ਸਾਡੇ ਵਰਗੇ ਵਿਸ਼ੇ ਵਿਕਾਰਾਂ 'ਚ ਡੁੱਬੇ ਹੋਏ ਐ, ਨਿਕਲ ਹੀ ਨਹੀਂ ਸਕਦੇ, ਮਨ ਵਿਕਾਰਾਂ ਤੋਂ ਹਟਦਾ ਹੀ ਨਹੀਂ, ਗੁਰਬਾਣੀ ਕੱਢ ਸਕਦੀ ਹੈ। ਗੁਰਬਾਣੀ ਟੋਏ 'ਚੋਂ ਕੱਢ ਕੇ ਤੇ ਪਹਾੜ ਦੀ ਚੋਟੀ 'ਤੇ ਬਿਠਾ ਸਕਦੀ ਹੈ, ਸੱਚਖੰਡ 'ਚ ਪਹੁੰਚਾ ਸਕਦੀ ਹੈ। ਹਾਂਜੀ, ਗੁਰਬਾਣੀ ਪੜ੍ਹ ਕਰ ਗਤ ਲਹੈ। ਗੁਰਬਾਣੀ ਪੜ੍ਹ ਕੇ ਗਤ ਲਹੈ, ਮੁਕਤੀ ਪ੍ਰਾਪਤ ਹੁੰਦੀ ਹੈ। ਇਹ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਸੁਖੀ ਸੁਹੇਲੇ ਬਣ ਜਾਈਦਾ ਹੈ। ਜਿਉਂ ਕਿਉਂ ਪੜਨ ਸਦਾ ਚਿਤ ਚਾਹੈ। ਜਿਵੇਂ ਵੀ ਕੋਈ ਬਹਾਨਾ ਬਣੇ, ਬਾਣੀ ਪੜ੍ਹਦੇ ਰਹਿਣਾ ਚਾਹੀਦਾ। ਪੁਰਾਣੇ ਸਿੰਘ ਬਾਣੀ ਕੰਠ ਕਰਨ ਦੇ ਬਹਾਨੇ ਬਾਣੀ ਪੜ੍ਹ ਲੈਂਦੇ ਸੀਗੇ।
ਮਹਾਂਪੁਰਸ਼ ਬਾਬਾ ਆਤਮਾ ਸਿੰਘ ਜੀ ਉਹ ਗੁਰਬਾਣੀ ਦਾ ਕੀਰਤਨ ਕੰਠ ਕਰਨ ਦੇ ਪ੍ਰਚਾਰ ਕਰਦੇ ਸੀ ਵੀ ਬਾਣੀ ਦਾ ਕੀਰਤਨ ਪੋਥੀ ਰੱਖ ਕੇ ਨਾ ਕਰੋ। ਪਿੱਛੇ ਪੋਥੀਆਂ ਦਾ ਬੜਾ ਰਿਵਾਜ਼ ਸੀ, ਪੋਥੀਆਂ ਰੱਖ ਕੇ ਕੀਰਤਨ ਕਰਨ ਦਾ। ਤਾਂ ਬਾਬਾ ਜੀ ਨੇ ਕਹਿਣਾ ਭਾਈ ਸਿੰਘ ਉਹ ਬਾਣੀ ਕੰਠ ਕਰੋ। ਅਤੇ ਉਹ ਉਹਨਾਂ ਨੂੰ ਕਈਆਂ ਨੇ ਪੁੱਛਣਾ ਵੀ ਐਸਾ ਕਿਉਂ ਕਹਿੰਦੇ ਹੋ ਜੀ, ਪੋਥੀ 'ਚ ਕੀ ਹਰਜ ਹੈ? ਉਹ ਕਹਿੰਦੇ ਇੱਕ ਤਾਂ ਤੁਸੀਂ ਅਵੇਸਲੇ ਹੋ ਗਏ ਵੀ ਪੋਥੀ ਤੇ ਪੜ੍ਹ ਲਾਂਗੇ, ਜਦੋਂ ਦਿਲ ਕੀਤਾ ਪੜ੍ਹ ਲਾਂਗੇ। ਕਹਿੰਦੇ ਮੰਨ ਲਓ ਲਾਈਟ ਨਾ ਹੋਵੇ, ਪੋਥੀ ਗੁੰਮ ਜੇ, ਮੌਕੇ 'ਤੇ ਪੋਥੀ ਨਾ ਹੋਵੇ, ਫਿਰ ਕੀ ਕਰੋਗੇ? ਕਹਿੰਦੇ ਜਦੋਂ ਤੁਸੀਂ ਮੇਨ ਜਿਹੜੀ ਗੱਲ ਹੈ, ਜਿਹੜਾ ਉਹਨਾਂ ਦੇ ਤੱਤ ਸੀਗਾ ਉਹ ਇਹ ਸੀ ਵੀ ਇੱਕ ਸ਼ਬਦ ਨੂੰ ਕੰਠ ਕਰੋਗੇ, ਘੱਟੋ ਘੱਟ 50-100 ਵਾਰੀ ਪੜ੍ਹੋਗੇ, ਅਭਿਆਸ ਹੋਏਗਾ, ਉਹ ਸ਼ਬਦ ਤੁਹਾਡੀ ਸੁਰਤ 'ਚ ਵੱਸੇਗਾ ਅਤੇ ਉਹ ਫਿਰ ਤੁਹਾਡੇ ਅਭਿਆਸ ਨਾਲ ਬਾਣੀ ਕੰਠ ਕਰਨ ਦਾ ਜਿਹੜਾ ਬਹਾਨਾ ਹੈ, ਉਹਦੇ ਨਾਲ ਅਭਿਆਸ ਦਾ ਬੜਾ ਵੱਡਾ ਸਾਧਨ ਹੈ। ਸੋ ਇਸ ਤਰ੍ਹਾਂ ਗੁਰਬਾਣੀ ਜਿਹੜੀ ਹੈ ਗੁਰਸਿੱਖ ਕੰਠ ਕਰਦੇ, ਅਤੇ ਕੰਠ ਤਾਂ ਹੀ ਹੁੰਦੀ ਜੇ ਬਾਰ-ਬਾਰ ਪੜ੍ਹਦੇ ਆ। ਇਹੋ ਜਿਹੇ ਵੀ ਗੁਰਸਿੱਖ ਹੋ ਜਾਏ, ਸਾਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ, ਦਸਮ ਗੁਰੂ ਗ੍ਰੰਥ ਸਾਹਿਬ ਜੀ ਦੀ, ਸ੍ਰੀ ਸਰਬਲੋਕ ਗ੍ਰੰਥ ਸਾਹਿਬ ਜੀ ਦੀ, ਭਾਈ ਗੁਰਦਾਸ ਜੀ ਦੀ ਸਾਰੀ ਬਾਣੀ ਕੰਠ। ਅਕਾਲੀ ਕੌਰ ਸਿੰਘ ਜੀ, ਨਿਹੰਗ ਸਿੰਘ ਜੀ ਨੂੰ 20 ਸਾਲ ਦੀ ਉਮਰ 'ਚ ਦੋਵੇਂ ਗੁਰੂ ਗ੍ਰੰਥ ਸਾਹਿਬ ਜੀ ਜ਼ਬਾਨੀ ਯਾਦ ਹੋ ਗਏ ਸੀ, ਆਦਿ ਔਰ ਦਸਮ ਦੀ। ਕੀ ਅਵਸਥਾ ਸੀ? ਕਿਉਂਕਿ ਪਿਛਲੇ ਜਨਮਾਂ ਤੋਂ ਬਾਣੀ ਪੜ੍ਹਦੇ ਹੀ ਆ ਰਹੇ ਸੀਗੇ। ਉਹਦਾ ਦੀਵਾ ਤਿਆਰ ਹੀ ਹੁੰਦਾ, ਸਿਰਫ ਲਾਈਟ ਜਗਾਉਣ ਦੀ ਦੇਰੀ ਹੁੰਦੀ ਹੈ। ਇਹੋ ਜਿਹੀ ਅਵਸਥਾ ਬਣ ਜਾਂਦੀ ਹੈ। ਅਰਥ ਸਮਝ ਕੈ ਸਮਝੇ ਬਿਨਾ, ਚੰਗਾ ਹੋਵੇ ਅਰਥ ਸਮਝ ਕੇ ਪਾਠ ਕਰੋ। ਬਹੁਤ ਹੀ ਵਧੀਆ ਵੀ ਬਾਣੀ ਪੜ੍ਹ ਰਹੇ ਨਾਲ ਨਾਲ ਵੇਖੀਏ ਵੀ ਅਰਥ ਕੀ ਨੇ, ਅਰਥ ਸਮਝ ਕੇ ਪਾਠ ਕਰਨ। ਕਹਿੰਦੇ ਜੇ ਅਰਥ ਸਮਝ ਕੇ ਨਹੀਂ ਆਉਂਦੇ ਤਾਂ ਵੀ ਚਿੰਤਾ ਨਹੀਂ, ਪਾਠ ਕਰੋ, ਪਾਠ ਕਰੋ। ਹੋ ਸਕਦਾ ਅੱਜ ਨਹੀਂ ਸਮਝ ਆਏ, ਕੱਲ੍ਹ ਆ ਜਾਣ, ਪਰਸੋਂ ਆ ਜਾਣ, ਹੌਲੇ ਹੌਲੇ ਟਾਈਮ ਬਣੇਗਾ, ਸਮਾਂ। ਬਾਣੀ ਉਹ ਵਾਹਿਗੁਰੂ ਦੀ ਕਿਰਪਾ ਨਾਲ ਸਮਝ ਆਉਂਦੀ ਹੈ। ਹਾਂਜੀ। ਬਿਨਾ ਪ੍ਰੇਮ ਕੈ ਪ੍ਰੇਮ ਸੋ ਘਨਾ, ਕਹਿੰਦੇ ਪ੍ਰੇਮ ਨਾਲ ਪੜ੍ਹੇ ਭਾਵੇਂ ਬਿਨਾਂ ਪ੍ਰੇਮ ਦੇ ਹੀ ਪੜ੍ਹੇ। ਪ੍ਰੇਮ ਨਾਲ ਤੇ ਬਾਣੀ ਪੜ੍ਹੇ ਅਤੇ ਕੋਈ ਕਹਿੰਦਾ ਵੀ ਮੇਰਾ ਮਨ ਨਹੀਂ ਲੱਗਦਾ। ਮਨ ਕਿਉਂ ਨਹੀਂ ਲੱਗਦਾ? ਪ੍ਰੇਮ ਨਹੀਂ ਹੈ ਮੈਨੂੰ ਬਾਣੀ ਨਾਲ, ਮੇਰਾ ਮਨ ਨਹੀਂ ਲੱਗਦਾ, ਮੈਨੂੰ ਦਿਲ ਨਹੀਂ ਕਰਦਾ ਜੀ, ਮੈਂ ਬਾਣੀ ਪੜ੍ਹਨ ਨੂੰ ਜੀ ਨਹੀਂ ਕਰਦਾ, ਪ੍ਰੇਮ ਕੋਈ ਨਹੀਂ ਅੰਦਰ। ਇਸ ਕਰਕੇ ਕਹਿੰਦੇ ਤਾਂ ਵੀ ਪੜ੍ਹੋ, ਮਜਬੂਰ ਕਰਕੇ ਬਹਿ ਜਾ, ਬਹਿ ਪੜ੍ਹ, ਧੱਕੇ ਨਾ ਪੜ੍ਹੋ। ਕਹਿੰਦੇ ਬਿਨਾਂ ਪ੍ਰੇਮ ਦੇ ਵੀ ਪੜ੍ਹਦੇ ਹੋ ਤਾਂ ਵੀ ਫਲ ਮਿਲੇਗਾ। ਜੇ ਪ੍ਰੇਮ ਨਾਲ ਪੜ੍ਹੋਗੇ ਤਾਂ ਫਿਰ ਤਾਂ ਕਿਆ ਬਾਤਾਂ ਨੇ। ਜੇ ਬਿਨਾਂ ਪ੍ਰੇਮ ਦੇ ਵੀ ਪੜ੍ਹੋਗੇ ਤਾਂ ਪ੍ਰੇਮ ਵੀ ਮਿਲ ਜਾਏਗਾ, ਸਾਰਾ ਕੁਝ ਬਣੇ। ਪੜ੍ਹੋ ਜ਼ਰੂਰ, ਬਾਣੀ ਛੱਡੋ ਨਾ। ਹਾਂਜੀ। ਪਠਨ ਨੇਮ ਗੁਰਬਾਣੀ ਕਰੈ, ਗੁਰਬਾਣੀ ਪੜ੍ਹਨ ਦਾ ਨੇਮ ਨਾ ਛੱਡੇ, ਕਰੇ ਜਾਵੇ। ਘਟ ਕਾ ਜਾਮ ਕੇ ਨਿਸ ਦਿਨ ਰਰੈ, ਇੱਕ ਘੜੀ ਪੜ੍ਹੇ, ਇੱਕ ਪੈਰ ਪੜ੍ਹੇ। ਘੜੀ ਹੁੰਦੀ ਹੈ ਅੱਧਾ ਘੰਟਾ, ਲਗਭਗ 24 ਮਿੰਟ ਦੀ ਘੜੀ ਹੁੰਦੀ ਹੈ ਜੀ, 24 ਮਿੰਟ ਦੀ। ਕਹਿੰਦੇ ਮੰਨ ਲਓ ਅੱਧਾ ਘੰਟਾ ਕਰ ਲਓ ਪਾਠ, ਅੱਜ ਅੱਧਾ ਘੰਟਾ ਕੀਤਾ, ਕੱਲ੍ਹ ਘੰਟਾ ਕਰੋ। ਕਹਿੰਦੇ ਫਿਰ 3 ਪੈਰ, 3 ਘੰਟਿਆਂ ਦਾ ਇੱਕ ਪੈਰ ਹੁੰਦਾ ਹੈ। ਜਾਮ ਜਿਹਨੂੰ ਪੈਰ ਕਹਿੰਦੇ ਆਪਾਂ ਆਮ, ਤੇ ਉਹਨੂੰ ਪੁਰਾਣੀ ਬੋਲੀ 'ਚ ਜਾਮ ਵੀ ਲਿਖਿਆ, ਗੁਰਬਾਣੀ 'ਚ ਵੀ ਜਾਮ ਆਉਂਦਾ। 8 ਜਾਮ 64 ਕਰੀ ਤੋਏ ਨਿਰਖਤ ਰਹਿ ਜੀਓ। ਜਾਮ ਮੈਨੇ ਪੈਰ। ਕੋਈ ਘੜੀ ਪੜ੍ਹੇ ਭਾਵੇਂ ਕੋਈ ਪੈਰ ਪੜ੍ਹੇ, ਯਾਨੀ ਘੰਟਾ, 2 ਘੰਟੇ, 2.5 ਘੰਟੇ, 3 ਘੰਟੇ, ਜਿੰਨਾ ਹੋ ਸਕਦਾ ਵੱਧ ਤੋਂ ਵੱਧ ਬਾਣੀ ਪੜ੍ਹੋ। ਚੱਲ ਆਏ ਪੁਨ ਖੇਲ ਸ਼ਿਕਾਰੇ, ਇਹ ਸਿੱਖਿਆ ਗੁਰੂ ਸਾਹਿਬ ਦੇ ਕੇ ਸ਼ਿਕਾਰ ਖੇਡ ਕੇ ਵਾਪਸ ਕੀਰਤਪੁਰ ਸਾਹਿਬ ਆ ਗਏ। ਦਖਤ ਪਾਲਤ ਮ੍ਰਿਗਨ ਹਜ਼ਾਰੇ, ਮਹਾਰਾਜ ਜੀ ਦੇਖਤ ਪਾਲਤ ਜਾਨਵਰਾਂ ਨੂੰ ਮਾਰਦੇ ਨਹੀਂ ਸੀ ਹੁੰਦੇ। 7ਵੇਂ ਪਾਤਸ਼ਾਹ ਸ਼ਿਕਾਰ ਖੇਡਣ ਗਏ, ਜਿਉਂਦੇ ਫੜ ਕੇ ਲੈ ਆਉਣਾ, ਫਿਰ ਉਹਨਾਂ ਨੂੰ ਪਾਲਣਾ, ਫਿਰ ਛੱਡ ਆਉਣਾ, ਫਿਰ ਫੜ ਲਿਆਉਣਾ ਹੋਰਾਂ ਨੂੰ। ਇਸ ਤਰ੍ਹਾਂ ਸਤਿਗੁਰੂ ਜੀ ਮਹਾਰਾਜ 7ਵੇਂ ਪਾਤਸ਼ਾਹ ਜੀ ਸ਼ਿਕਾਰ ਖੇਡਦੇ ਸਨ। ਤੇ ਉਪਦੇਸ਼ ਕਰਤ ਕਲਿਆਣੇ, ਤੇ ਸਿੱਖਾਂ ਨੂੰ ਭਗਤੀ ਦਾ, ਬਾਣੀ ਦਾ, ਜਪ ਤਪ ਦਾ, ਲੋਹ ਲੰਗਰ ਚਲਾਉਣ ਦਾ ਉਪਦੇਸ਼ ਦੇ ਕੇ ਉਹਨਾਂ ਦਾ ਕਲਿਆਣ ਕਰਦੇ ਸਨ। ਪਰ ਉਪਕਾਰ ਸਦਾ ਗੁਰ ਠਾਨੇ, ਸਭ ਦਾ ਭਲਾ ਕਰਦੇ, ਸਭ ਦਾ ਉਧਾਰ ਕਰਦੇ, ਪਰਉਪਕਾਰੀ ਗੁਰੂ ਹਰਿ ਸਾਹਿਬ ਜੀ। ਸੋ ਮਹਾਰਾਜ ਜੀ ਦੀ ਇਹ ਪਾਵਨ ਕਥਾ, ਗੁਰਬਾਣੀ ਦੇ ਪਾਠ ਦੀ ਮਹਿਮਾ ਜ਼ਰੂਰੀ ਭਾਈ, ਛੱਡਣਾ ਨਹੀਂ ਬਾਣੀ ਨੂੰ। ਜਿਵੇਂ ਵੀ ਹੋਵੇ ਗੁਰਬਾਣੀ ਪੜ੍ਹੋ, ਸੁਣੋ,
ਗਾਓ, ਇਹਦੇ ਨਾਲ ਤੁਹਾਡਾ ਭਲਾ ਹੋਵੇਗਾ। ਇਹ ਸਿੱਖਿਆ ਦਿੱਤੀ ਮਹਾਰਾਜ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਨੇ। ਭੁੱਲਾਂ ਚੁੱਕਾਂ ਦੀ ਖਿਮਾ। ਹੇ ਗੋਬਿੰਦ, ਹੇ ਗੋਪਾਲ, ਹੇ